स्वागत है पीटीसी न्यूज़ ਦੇ ਵਿਚਾਰ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ਇਹ ਵਾਇਰਸ ਐਂਡ ਕੇਬਲਸ ਵਿਚਾਰ ਤਕਰਾਰ। ਲਖੀਮਪੁਰ ਦੀ ਘਟਨਾ ਨੇ ਪੂਰੇ ਮੁਲਕ ਨੂੰ ਹਿਲਾ ਕੇ ਰੱਖ ਦਿੱਤਾ, ਝੰਜੋੜ ਕੇ ਰੱਖ ਦਿੱਤਾ ਔਰ ਵਾਰ-ਵਾਰ ਸਵਾਲ ਹੀ ਚੁੱਕੇ ਜਾ ਰਹੇ ਨੇ ਕਿ ਕੀ ਹੁਣ ਖੇਤੀ ਕਾਨੂੰਨ ਇੱਦਾਂ ਵਾਪਸ ਹੋਣਗੇ ਜਾਂ ਖੇਤੀ ਕਾਨੂੰਨਾਂ ਦੀ ਆਵਾਜ਼ ਦਬਾਉਣ ਦੇ ਲਈ, ਕਿਸਾਨਾਂ ਦੀ ਆਵਾਜ਼ ਦਬਾਉਣ ਦੇ ਲਈ ਇੱਦਾਂ ਦੇ ਹੱਥਕੰਡੇ ਨੇ ਜਿਹੜੇ ਉਹ ਸਿਆਸਤਦਾਨ ਅਪਣਾਉਣਗੇ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਸਹਿਮਤੀ ਬਣ ਗਈ ਹੈ, ਕਿਸਾਨ ਭਾਈਚਾਰੇ ਦੀ ਪ੍ਰਸ਼ਾਸਨ ਤੇ ਸਰਕਾਰ ਦੇ ਨਾਲ ਸਹਿਮਤੀ ਬਣ ਗਈ ਹੈ, ਪਰ ਉਸ ਤੇ ਵੀ ਕਈ ਸਵਾਲ ਜ਼ਰੂਰ ਚੁੱਕੇ ਜਾ ਰਹੇ ਨੇ ਕਿ ਕੀ ਜ਼ਿੰਦਗੀਆਂ ਜਿਹੜੀਆਂ ਚਲੀਆਂ ਗਈਆਂ ਉਹ ਪੈਸੇ ਨਾਲ ਉਹਦਾ ਮੁੱਲ ਵਟਿਆ ਜਾ ਸਕਦਾ ਕਿ ਪੈਸਾ ਹੀ ਉਹਨਾਂ ਚੀਜ਼ਾਂ ਦੀ ਭਰਪਾਈ ਕਰ ਸਕਦਾ ਕਿ ਇਨਸਾਫ ਨਹੀਂ ਹੋਣਾ ਚਾਹੀਦਾ, ਉਹਨਾਂ ਲੋਕਾਂ ਦੇ ਖਿਲਾਫ ਪਰਚਾ ਦਰਜ, ਉਹਨਾਂ ਨੂੰ ਸਲਾਖਾਂ ਦੇ ਪਿੱਛੇ ਨਹੀਂ ਛੱਡਣਾ ਚਾਹੀਦਾ। ਇੱਕ ਵੀ ਗ੍ਰਿਫਤਾਰੀ, ਜੋ ਸੂਤਰ ਨੇ ਇਹ ਕਹਿ ਰਹੇ ਨੇ ਕਿ ਇੱਕ ਵੀ ਗ੍ਰਿਫਤਾਰੀ ਹਾਲੇ ਤੱਕ ਨਹੀਂ ਹੋਈ, ਪਰਚੇ ਜ਼ਰੂਰ ਹੋ ਗਏ ਨੇ, ਕਤਲ ਦਾ ਵੀ ਪਰਚਾ ਦਰਜ ਹੋ ਗਿਆ ਪਰ ਗ੍ਰਿਫਤਾਰੀ ਕੋਈ ਨਹੀਂ ਹੋਈ, ਇੰਨੀ ਜਲਦੀ ਸਮਝੌਤਾ ਵੀ ਹੋ ਗਿਆ, ਇਹ ਵੀ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦਾ ਹੈ। ਦੂਜੀ ਗੱਲ ਇਹ ਹੈ ਕਿ ਹੁਣ ਇਹ ਕਿੱਧਰ ਵੱਲ ਨੂੰ ਅੰਦੋਲਨ ਜਾ ਰਿਹਾ, ਇਹ ਦਸ਼ਾ ਤੇ ਦਿਸ਼ਾ ਕਿੱਧਰ ਵੱਲ ਨੂੰ ਜਾ ਰਹੀ ਹੈ, ਇਹ ਵੀ ਸਮਝਣਾ ਪਏਗਾ। ਹਾਲੇ ਤੱਕ ਅਹਿੰਸਾ ਦਾ ਦੌਰ ਦੇ ਵਿੱਚੋਂ ਇਹ ਪੂਰਾ ਅੰਦੋਲਨ ਗੁਜ਼ਰਦਾ ਰਿਹਾ, ਪਰ ਜੋ ਕੱਲ ਹੋਇਆ, 4 ਕਿਸਾਨਾਂ ਦੀ ਮੌਤ ਹੋ ਗਈ, ਉਸ ਤੋਂ ਬਾਅਦ 4 ਹੋਰ ਲੋਕਾਂ ਦੀ ਮੌਤ ਹੋਈ ਹੈ, 8 ਮੌਤਾਂ ਉੱਥੇ ਹੁੰਦੀਆਂ ਨੇ। ਖੱਟੜ ਸਾਹਿਬ ਵੱਲੋਂ ਬਿਆਨ ਜਿਹੜਾ ਦਿੱਤਾ ਜਾਂਦਾ ਹੈ ਉਹ ਇਸ ਚੀਜ਼ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿ ਪ੍ਰੋਵੋਕੇਸ਼ਨ ਹੈ ਜਿਹੜੀ ਉਹ ਬੀਜੇਪੀ ਦੀ ਆਗੂਆਂ ਵੱਲੋਂ ਕੀਤੀ ਜਾ ਰਹੀ ਹੈ ਕਿ ਡਾਂਗ ਦਾ ਜਵਾਬ ਡਾਂਗ ਦੇ ਵਿੱਚ ਦਿਓ, ਆਪਣੀਆਂ ਕਮੇਟੀਆਂ ਬਣਾ ਲਓ, ਜੇ ਕੋਈ ਆਂਦਾ ਹੈ ਤਾਂ ਉਹਨੂੰ ਉਸਦੀ ਭਾਸ਼ਾ ਜਵਾਬ ਦਿਓ। ਇਹ ਹੁਣ ਸਾਰਾ ਸਿਸਟਮ ਜਾ ਕਿੱਧਰ ਵੱਲ ਨੂੰ ਰਿਹਾ ਕਿ ਪੂਰੇ ਮੁਲਕ ਦੇ ਵਿੱਚ ਅਜਿਹਾ ਮਾਹੌਲ ਨਹੀਂ ਬਣ ਰਿਹਾ ਜੋ ਇੱਕ ਸਿਵਲ ਵਾਰ ਵਾਲਾ ਮਾਹੌਲ ਬਣ ਜਾਂਦਾ। ਇਹ ਤਮਾਮ ਗੱਲਾਂ, ਤਮਾਮ ਜਿਹੜੇ ਪਹਿਲੂ ਨੇ, ਇਹ ਸੋਚਣੇ ਤੇ ਸਮਝਣੇ ਪੈਣੇ ਨੇ ਕਿ ਇਹ ਸਿਰਫ ਜਿਵੇਂ ਜਿਵੇਂ ਹਾਲਾਤ ਬਦਲ ਰਹੇ ਨੇ ਇਹਦੇ ਪਿੱਛੇ ਕੋਈ ਰਣਨੀਤੀ ਹੈ ਜਾਂ ਜੋ ਕੁਝ ਹੋ ਰਿਹਾ ਇਹ ਇੱਦਾਂ ਹੀ ਚੱਲ ਰਿਹਾ ਕਿ ਇੰਨਾ ਲੰਬਾ ਸਮਾਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਨ ਦੇ ਲਈ ਬਜਿੱਦ ਬੈਠੇ ਹੋਏ ਕਿਸਾਨ ਲੀਡਰ ਨੇ ਜਿਹੜੇ ਜਾਂ ਕਿਸਾਨ ਭਾਈਚਾਰਾ ਜਿਹੜਾ ਉਹ ਲਗਾਤਾਰ ਆਪਣਾ ਧਰਨੇ ਪ੍ਰਦਰਸ਼ਨ ਕਰ ਰਿਹਾ, ਉਸ ਨੂੰ ਇਸ ਤਰੀਕੇ ਨਾਲ ਤਾਰ-ਪੀੜੋ ਕਰਨ ਦੀ ਕੋਸ਼ਿਸ਼ ਤਾਂ ਨਹੀਂ ਹੈਗੀ ਹੈ। ਹਰ ਕੰਡਾ, ਹਰ ਹੱਥਕੰਡਾ ਅਪਣਾ ਕੇ ਦੇਖ ਲਿਆ ਕਿ ਉਹ ਵੀ ਇਸੇ ਕੜੀ ਦਾ ਇੱਕ ਹਿੱਸਾ ਤਾਂ ਨਹੀਂ ਹੈ। ਇਹ तमाम ਸਵਾਲਾਂ ਤੇ ਅੱਜ ਚਰਚਾ ਕਰਾਂਗੇ। ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਦਈਏ, ਕਮਲਜੀਤ ਸਿੰਘ ਸੋਈ ਸਾਹਿਬ ਕੌਮੀ ਬੁਲਾਰੇ ਨੇ ਪੰਜਾਬ ਬੀਜੇਪੀ ਦੇ, ਸੁਰਜੀਤ ਸਿੰਘ ਸਵੈਤ ਸਾਹਿਬ ਬੁਲਾਰੇ ਨੇ ਪੰਜਾਬ ਕਾਂਗਰਸ ਦੇ, ਅਰਸ਼ਦੀਪ ਸਿੰਘ ਕਲੇਰ ਸਾਹਿਬ ਬੁਲਾਰੇ ਨੇ ਸ਼੍ਰੋਮਣੀ ਅਕਾਲੀ ਦਲ ਦੇ, ਇਕਬਾਲ ਸਿੰਘ ਜੀ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ, ਪ੍ਰੇਮ ਸਿੰਘ ਪੰਗੂ ਸਾਹਿਬ ਪ੍ਰਧਾਨ ਨੇ ਆਲ ਇੰਡੀਆ ਕਿਸਾਨ ਫੈਡਰੇਸ਼ਨ, ਕਨਵੀਨਰ ਨੇ ਲੀਗਲ ਪੈਨਲ ਦੇ ਸੰਯੁਕਤ ਕਿਸਾਨ ਮੋਰਚਾ ਦੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਪੰਗੂ ਸਾਹਿਬ, ਮੈਂ ਸ਼ੁਰੂਆਤ ਤੁਹਾਡੇ ਤੋਂ ਹੀ ਕਰਾਂਗਾ। ਜਿਵੇਂ ਮੈਂ ਕਿਹਾ ਕਿ ਇੱਕ ਚੰਗੀ ਗੱਲ ਹੈ ਕਿ ਤੁਹਾਡੀ ਸਹਿਮਤੀ ਬਣ ਗਈ ਹੈ, ਪਰ ਕੀ ਪੈਸੇ ਨੇ 45 ਲੱਖ ਮ੍ਰਿਤਕਾਂ ਦੇ ਲਈ, 10 ਲੱਖ ਰੁਪਈਆ ਜ਼ਖਮੀਆਂ ਦੇ ਲਈ ਬੰਦਿਆਂ ਦੀ ਭਰਪਾਈ ਹੋ ਸਕਦੀ ਹੈ? देखो हरप्रीत जी, पहला सवाल तो यह है कि लखीमपुर की घटना जी ये अचनचेत घटना नहीं, ये एक बीजेपी का प्लैंड प्रोग्राम है, ये उस दे तहत हुई है। तुहानू पता है कि 1 साल तो जी जिहड़ा मोर्चा दिल्ली के बॉर्डर से चल रहा है, शांतमई मोर्चा है, इतिहासक मोर्चा है, सारे संसार सारे देश च इहो जिहा शांतमई मोर्चा कदे नहीं चलिया। भारतीय जनता पार्टी बहुत भय भीत है, बड़ी घबराई हुई है। जो लखीमपुर च होया ये उसकी एक प्लैंड नीति का सिट्टा है कि वो शांतमई अंदोलन नूं खराब करना चाहती है, इसनूं डीरेल करना चाहती है, इनू सैबोटेज करना चाहती है। ਪੰਗੂ ਸਾਹਿਬ, ਬੀਜੇਪੀ ਵਾਲੇ ਕਹਿੰਦੇ ਨੇ ਕਿ ਇਹ ਤਾਂ ਸੈਲਫ ਡਿਫੈਂਸ ਦੇ ਵਿੱਚ ਹੋਇਆ। ਪੰਗੂ ਸਾਹਿਬ ਉਹ ਕਹਿੰਦੇ ਨੇ ਕਿ ਕਿਸਾਨਾਂ ਨੇ ਸਾਨੂੰ ਘੇਰਾ ਪਾ ਲਿਆ, ਗੱਡੀਆਂ ਸਾਡੀਆਂ ਤੋੜ ਦੇਣੀਆਂ ਸੀ, ਸਾਨੂੰ ਮਾਰ ਦੇਣਾ ਸੀਗਾ, ਜੇ ਅਸੀਂ ਗੱਡੀ ਉੱਥੋਂ ਨਾ ਪਹੁੰਚਾਉਂਦੇ ਤਾਂ ਸਾਡਾ ਹਾਲ ਉਹਨਾਂ ਨੇ ਉਹੀ ਕਰਨਾ ਸੀਗਾ ਜਿਹੜੇ ਸਾਡੇ ਇੱਕ ਸਾਥੀ ਡਰਾਈਵਰ ਦਾ ਕੀਤਾ। नहीं जी, देखो संयुक्त किसान मोर्चे का बड़ी देर तो ऐलान है जी कि भारतीय जनता पार्टी जिहड़ी मुख दोषी है जिन्हें खेती कानून बनाए ने खेती ਨੂੰ ਬਰਬਾਦ ਕਰਨ ਲਈ, ਕਿਸਾਨਾਂ ਨੂੰ ਬਰਬਾਦ ਕਰਨ ਦੇ ਲਈ, ਅਸੀਂ ਤਾਂ ਫਰੋਮ ਡੇ 1 ਐਲਾਨ ਕੀਤਾ ਹੈ ਵੀ ਇਸ ਪਾਰਟੀ ਦੇ ਆਗੂਆਂ ਨੂੰ, ਵਰਕਰਾਂ ਨੂੰ, ਲੀਡਰਾਂ ਨੂੰ ਅਸੀਂ ਕੋਈ ਮੀਟਿੰਗ ਨਹੀਂ, ਕੋਈ ਕੰਪੇਨ ਨਹੀਂ ਕਰਨ ਦੇਣੀ, ਐਲਾਨ ਕਰਕੇ ਕੀਤਾ ਹੈ। ਪੰਜਾਬ ਦੇ ਵਿੱਚ ਕੋਈ ਬੀਜੇਪੀ ਦਾ ਆਗੂ ਬਾਹਰ ਨਹੀਂ ਨਿਕਲ ਸਕਦਾ, ਹਰਿਆਣੇ 'ਚ ਮੁੱਖ ਮੰਤਰੀ ਦਾ ਪਲੇਨ ਜ਼ਮੀਨ ਤੇ ਨਹੀਂ ਉਤਰ ਸਕਦਾ, ਹਰਿਆਣੇ ਦਾ ਤੁਹਾਨੂੰ ਪਤਾ ਹੈ ਜੀ ਜੀ। ਅੱਜ ਯੂਪੀ ਜਿਹਨੂੰ ਉਹ ਸਮਝਦੇ ਕਿ ਬਹੁਤ ਵੱਡਾ ਬੀਜੇਪੀ ਦਾ ਕਿਲਾ ਹੈ, ਉਹ ਤਾਂ ਯੂਪੀ ਦੇ ਅੰਦਰ ਤੁਸੀਂ ਦੇਖਿਆ ਜਿਸ ਦਿਨ ਭਾਰਤ ਬੰਦ ਸੀ ਜੀ ਤਾਂ ਯੂਪੀ, ਸਾਰੀ ਯੂਪੀ ਦੇ ਭਾਰਤ ਬੰਦ ਦੀ ਦਸਤਕ ਸੀ। ਇਸ ਲਈ ਨਾ ਘਟਨਾਵਾਂ ਤੋਂ ਬੀਜੇਪੀ ਬੜੀ ਘਬਰਾਈ ਹੋਈ ਸੀ। ਇਹ ਪਲਾਨ ਢੰਗ ਨਾਲ, ਉਹ ਪਲਾਨ ਦੇ ਤਹਿਤ ਜਦੋਂ ਕਿਸਾਨ ਉੱਥੇ ਗਏ, ਡਿਪਟੀ ਸੀਐਮ ਨੇ ਆਉਣਾ ਸੀ, ਉਹਦੇ ਹੈਲੀਪੈਡ ਕੋਲ ਪਹੁੰਚੇ, ਪੀਸਫੁਲ ਕਿਸਾਨ ਸਨ ਜੀ, ਹੈਲੀਪੈਡ ਦਾ ਉਹਨਾਂ ਨੇ ਜਾ ਕੇ ਘਰਾਓ ਵੀ ਕੀਤਾ ਤੇ ਉੱਥੇ ਨਾਅਰੇਬਾਜ਼ੀ ਹੋ ਰਹੀ ਸੀ, ਡਿਪਟੀ ਸੀਐਮ ਆਇਆ ਨਹੀਂ। ਪਰ ਜਿਹੜੇ ਬੰਦੇ ਆਏ
ਉਹਨਾਂ ਦਾ ਜੋ ਅਜੇ ਮਿਸ਼ਰਾ ਜੀ ਦਾ ਬੇਟਾ ਹੈ, ਉਹਦੇ ਨਾਲ ਪਤਾ ਨਹੀਂ ਕਿੰਨੇ ਬਦਮਾਸ਼ ਕਿੰਨੇ ਗੁੰਡੇ ਸੀ। ਉਹਨਾਂ ਇਹ ਵੀ ਧਿਆਨ ਨਹੀਂ ਕੀਤਾ ਕਿ ਪੂਰਮਨ ਕਿਸਾਨ ਹੈ, ਪ੍ਰਦਰਸ਼ਨ ਕਰ ਰਹੇ ਹੈ, ਡਿਪਟੀ ਸੀਐਮ ਆਇਆ ਚਾਹੇ ਨਾ ਆਇਆ, ਉਹਨੇ ਗੱਡੀ ਭਜਾ ਕੇ ਉੱਪਰ ਹੀ ਚੜਾਤੀ ਸਾਰਿਆਂ ਦੇ। ਸਾਰੇ ਮੀਡੀਆ ਨੇ ਦੇਖਿਆ, ਸਾਰੇ ਸੰਸਾਰ ਨੇ ਦੇਖਿਆ। ਪੰਕੂ ਸਾਹਿਬ ਇੱਕ ਸਵਾਲ ਜ਼ਰੂਰ ਹੁੰਦਾ ਕਿ ਬੜੇ ਸੀਰੀਅਸ ਐਲੀਗੇਸ਼ਨ ਤੁਸੀਂ ਲਗਾ ਰਹੇ ਹੋ ਕਿ ਇਹ ਪੂਰੀ ਵਿਉਂਤਬੰਦੀ ਹੈ, ਇਹ ਸਮਝੀ ਸੋਚੀ ਸਾਜ਼ਿਸ਼ ਹੈ, ਇਹ ਕਤਲ ਕੀਤੇ ਗਏ ਨੇ। ਇੰਨੀ ਜਲਦੀ ਸਮਝੌਤਾ ਵੀ ਹੋ ਗਿਆ, ਹਾਲਤ ਇੰਨੀ ਕ੍ਰਿਟੀਕਲ ਹੈ। ਪੰਗੂ ਸਾਹਿਬ ਇੰਨੀ ਜਲਦੀ ਸਮਝੌਤਾ ਕਿਉਂ ਕੀਤਾ ਫਿਰ? ਉਹਨੂੰ ਨਹੀਂ ਬਖਸ਼ਿਆ, ਇਸ ਲਈ ਵਾਇਲੈਂਸ ਕਿਧਰ ਪਾਸੇ ਹੋਇਆ। ਵਾਇਲੈਂਸ ਕਿਸਾਨਾਂ ਨੇ ਤਾਂ ਕੀਤਾ ਨਹੀਂ। ਫਿਰ 1 ਸਾਲ ਐਜੀਟੇਸ਼ਨ ਕਿਸ ਤਰ੍ਹਾਂ ਚੱਲਦੀ? ਜੇ ਕਿਸਾਨ ਹਿੰਸਕ ਹੁੰਦੇ ਤਾਂ ਲੰਬਾ ਐਜੀਟੇਸ਼ਨ ਪੋਸੀਬਲ ਹੀ ਨਹੀਂ ਸੀ। ਠੀਕ ਹੈ ਪੰਗੂ ਸਾਹਿਬ, ਇਹ ਸਰਕਾਰ ਦੀ ਰਣਨੀਤੀ ਹੈ। ਉਹ ਇਸ ਨੂੰ ਕਨਫਰੰਟੇਸ਼ਨ ਦੀ ਲਾਈਨ ਹਿੰਸਕ ਕਰਨਾ ਚਾਹੁੰਦੀ ਹੈ ਘੋਲ ਨੂੰ, ਤਾਂ ਕਿ ਕਿਸੇ ਤਰ੍ਹਾਂ ਇਹ ਘੋਲ ਫੇਲ ਹੋਵੇ, ਡੀਰੇਲ ਹੋ ਜਾਏ, ਸੈਬੋਟੇਜ ਹੋਵੇ। ਠੀਕ ਹੈ ਪੰਗੂ ਇਸ ਨੀਤੀ ਦੇ ਤਹਿਤ ਲਖੀਮਪੁਰ ਦੀ ਘਟਨਾ ਹੋਈ ਹੈ। ਔਰ ਐਗਜ਼ੈਕਟਲੀ ਐਟ ਦੈਟ ਪੁਆਇੰਟ ਜੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਇਹ ਬਿਆਨ ਆਉਣਾ, ਇਹ ਕੋਇਨਸਾਈਡ ਕਰਦਾ ਹੈ ਉਸ ਘਟਨਾ ਦੇ ਨਾਲ ਕਿ ਬੀਜੇਪੀ ਇੱਕ ਕੈਲਕੂਲੇਟਡ ਲਾਈਨ ਦੇ ਤਹਿਤ, ਕਿਉਂਕਿ ਦੇਖੋ ਸਿਆਸੀ ਜ਼ਮੀਨ ਖਿਸਕਦੀ ਜਾ ਰਹੀ ਹੈ ਜੀ, ਨਾ ਪੰਜਾਬ 'ਚ ਹੈ ਨਾ ਹਰਿਆਣਾ ਵਿੱਚ ਹੈ, ਯੂਪੀ 'ਚ ਗ੍ਰੈਜੂਅਲੀ ਜਿਹੜਾ ਸਿਆਸੀ ਮੈਦਾਨ ਜਿਹੜਾ ਖੁਸ ਰਿਹਾ ਹੈ ਬੀਜੇਪੀ ਤੋਂ, ਇਲੈਕਸ਼ਨਾਂ ਸਿਰ ਦੇ ਉੱਪਰ ਨੇ। ਉਹ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਮੋਰਚਾ ਪੀਕ ਦੇ ਉੱਪਰ ਹੈ, ਮੋਰਚਾ ਵੱਧ ਰਿਹਾ ਹੈ, ਦੇਸ਼ ਦੇ ਕੋਨੇ-ਕੋਨੇ 'ਚ ਦਸਤਕ ਦੇ ਰਿਹਾ ਹੈ, ਕਿਸੇ ਤਰ੍ਹਾਂ ਇਸ ਮੋਰਚੇ ਦੀ ਸ਼ਾਂਤੀ ਭੰਗ ਕਰੀਏ, ਕਿਸੇ ਤਰ੍ਹਾਂ ਭੜਕਾਊ, ਕਿਸੇ ਤਰ੍ਹਾਂ ਹਿੰਸਕ ਕਾਰਵਾਈ ਕਰਕੇ ਇਹਨਾਂ ਨੂੰ ਲੀਹ ਤੋਂ ਤਾਰੀਏ। ਠੀਕ ਹੈ ਪੰਗੂ ਸਾਹਿਬ, ਪੰਗੂ ਸਾਹਿਬ ਸਵਾਲ ਇਹ ਹੈ, ਪੰਗੂ ਸਾਹਿਬ ਮੇਰੀ ਆਵਾਜ਼ ਆ ਰਹੀ ਹੈ? ਅਸੀਂ ਫਰੋਮ ਦਾ ਡੇ 1 ਇਸ ਗੱਲ ਦੇ ਉੱਪਰ ਪਹਿਰਾ ਦੇ ਰਹੇ ਹਾਂ ਆਪਣਾ ਕਿ ਇਹ ਮੋਰਚਾ ਸ਼ਾਂਤਮਈ ਰਹੇਗਾ ਔਰ ਸ਼ਾਂਤਮਈ ਰੱਖਾਂਗੇ। ਜਿਹੜੀਆਂ ਤਾਕਤਾਂ ਇਹ ਭੜਕਾਊ ਕਾਰਵਾਈ ਕਰ ਰਹੀਆਂ ਨੇ, ਇਹ ਲਗਾਤਾਰ ਦੇ ਆਰ ਬੀਇੰਗ ਆਈਸੋਲੇਟਡ ਅਮੰਗ ਦਾ ਪੀਪਲ ਔਰ ਗ੍ਰੈਜੂਅਲੀ ਜੇ ਕਰਨਗੇ ਦੇ ਵਿਲ ਬੀ ਫਰਦਰ ਆਈਸੋਲੇਟਡ। ਠੀਕ ਹੈ ਪੰਗੂ ਸਾਹਿਬ, ਸਵਾਲ ਇਹ ਖੜਾ ਹੁੰਦਾ ਕਿ ਤੁਸੀਂ ਸਿੱਧੇ ਸਿੱਧੇ ਐਲੀਗੇਸ਼ਨ ਲਾ ਰਹੇ ਹੋ ਕਿ ਇਹ ਸੋਚੀ ਸਮਝੀ ਸਾਜ਼ਿਸ਼ ਹੈ, ਇਹ ਪਲਾਨ ਤਰੀਕੇ ਨਾਲ ਸਭ ਕੁਝ ਕੀਤਾ ਗਿਆ, ਫਿਰ ਇੰਨੀ ਜਲਦੀ ਸਮਝੌਤਾ ਵੀ ਹੋ ਗਿਆ। ਜਦੋਂ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਤਲ ਕੀਤੇ ਗਏ ਹੋਣ ਤੇ ਕਤਲ ਕਰਨ ਵਾਲੇ ਦੇ ਨਾਲ ਇੰਨੀ ਜਲਦੀ ਸਮਝੌਤਾ ਕਿਵੇਂ ਹੋ ਸਕਦਾ? ਦੇਖੋ, ਜੋ ਮੰਗ ਸੀ ਸੰਯੁਕਤ ਮੋਰਚਾ ਦੀ, ਅੱਜ ਅਸੀਂ ਸਾਰੇ ਦੇਸ਼ ਦੇ ਵਿੱਚ ਡੀਸੀ ਦਫ਼ਤਰਾਂ ਸਾਹਮਣੇ ਪ੍ਰੋਟੈਸਟ ਕੀਤੇ, ਧਰਨੇ ਕੀਤੇ, ਮੈਮੋਰੈਂਡਮ ਦਿੱਤੇ। ਸਾਡੀਆਂ 4 ਮੰਗਾਂ ਸਨ ਕਿ ਜੁਡੀਸ਼ੀਅਲ ਇਨਕੁਆਇਰੀ ਮਾਰਕ ਕਰੋ ਫਰੋਮ ਦਾ ਹਾਈ ਕੋਰਟ ਜੱਜ, ਉਹ ਮਾਰਕ ਹੋ ਗਈ ਹੈ। ਸਾਡੀ ਮੰਗ ਸੀ ਕਿ 302 ਦਾ ਪਰਚਾ ਦਰਜ ਕਰੋ, ਜਿਹੜੇ ਇਸ ਦੇ ਸਿੱਧੇ ਦੋਸ਼ੀ ਨੇ ਉਹ ਪਰਚਾ ਦਰਜ ਹੋਇਆ। ਨਾਲ ਅਜੇ ਮਿਸ਼ਰਾ ਵਰਗੇ ਉਹਨਾਂ ਦੀ ਵੀਡੀਓ ਵਿੱਚ ਆ ਰਹੀ ਹੈ, 120 ਵੀ ਲਾਈ ਹੈ ਕਨਸਪੀਰੇਸੀ, ਇਹ ਵੀ ਦਰਜ ਹੋਇਆ ਤੇ ਕਮਿਟਮੈਂਟ ਦਿੱਤੀ ਹੈ ਕਿ ਵਿਦਨ ਵੀਕ ਉਹ ਸਾਰੇ ਅਰੈਸਟ ਹੋਣਗੇ ਔਰ ਵਿਦਨ ਵੀਕ ਅਰੈਸਟ ਨਾ ਹੋਏ ਤਾਂ ਦੁਬਾਰਾ ਮੋਰਚਾ ਜਿਉਂ ਤਿਉਂ ਲੱਗੇਗਾ। ਕੰਪਨਸੇਸ਼ਨ ਦਾ ਪਾਰਟ ਹੈ। ਜੇ ਕਿਸੇ ਨੇ ਇਸ ਤਰ੍ਹਾਂ ਪਲਾਨ ਢੰਗ ਨਾਲ ਮਰਡਰ ਕੀਤਾ ਹੈ ਤਾਂ ਸਟੇਟ ਦੀ ਜ਼ਿੰਮੇਵਾਰੀ ਬਣਦੀ ਹੈ। ਹਾਂਜੀ ਸੋਈ ਸਾਹਿਬ, ਚਲੋ ਜਵਾਬ ਲੈ ਲੈਣੇ ਆ, ਸੋਈ ਸਾਹਿਬ ਤੋਂ ਜਵਾਬ ਲੈਣੇ ਆ। ਸੋਈ ਸਾਹਿਬ, ਇਹ ਤੁਹਾਡੇ ਸਾਹਮਣੇ ਪ੍ਰੇਮ ਸਿੰਘ ਪੰਗੂ ਸਾਹਿਬ ਬੈਠੇ ਨੇ, ਇਹ ਕਨਵੀਨਰ ਨੇ ਲੀਗਲ ਪੈਨਲ ਦੇ ਸੰਯੁਕਤ ਕਿਸਾਨ ਮੋਰਚਾ ਦੇ। ਵੱਡਾ ਐਲੀਗੇਸ਼ਨ ਹੈ, ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਬੀਜੇਪੀ ਕਤਲੇਆਮ ਕਰ ਰਹੀ ਹੈ। ਇਹ ਬੀਜੇਪੀ ਦਾ ਪਲਾਨ ਹੈ ਕਿ ਹੁਣ ਇਸ ਤਰੀਕੇ ਦੇ ਨਾਲ ਇਸ ਕਿਸਾਨੀ ਮੋਰਚੇ ਨੂੰ, ਇਸ ਅੰਦੋਲਨ ਨੂੰ ਸਾਬੋਟਾਜ ਕੀਤਾ ਜਾਵੇ, ਖਤਮ ਕੀਤਾ ਜਾਵੇ, ਇਹਨਾਂ ਨੂੰ ਮਾਰ ਦਿੱਤਾ ਜਾਵੇ। ਪਹਿਲਾਂ ਤਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਵੀ ਆ ਕੱਲ ਇਨਸੀਡੈਂਟ ਹੋਇਆ ਹਰਪ੍ਰੀਤ ਜੀ, ਲਖੀਮਪੁਰ ਖੇੜੀ 'ਚ ਬੜਾ ਹੀ ਮੰਦਭਾਗਾ ਇਨਸੀਡੈਂਟ ਹੈਗਾ ਜੀ, ਤੇ ਆ ਇਨਸੀਡੈਂਟ ਜਿਹੜਾ ਨਹੀਂ ਸੀ ਹੋਣਾ ਚਾਹੀਦਾ। ਜੇ 4 ਕਿਸਾਨ ਵੀਰਾਂ ਦੀ ਜਾਨ ਗਈ ਹੈ, 4 ਬੀਜੇਪੀ ਵਰਕਰਾਂ ਦੀ ਜਾਨ ਗਈ ਹੈ, 1 ਜਰਨਲਿਸਟ ਦੀ ਜਾਨ ਗਈ ਹੈਗੀ ਹੈ, ਤੇ ਆ ਜਾਨਾਂ ਜਿਹੜੀਆਂ ਨੇ ਬੜੀਆਂ ਕੀਮਤੀ ਸੀਗੀਆਂ, ਆ ਜਾਨਾਂ ਨਹੀਂ ਸੀ ਜਾਣੀਆਂ ਚਾਹੀਦੀਆਂ। ਇਹਦੇ ਉੱਪਰ ਵੀ ਆ ਕਿਸ ਤਰ੍ਹਾਂ ਹੋਇਆ, ਕਿਸ ਤਰ੍ਹਾਂ ਨਹੀਂ ਹੋਇਆ, ਕਿਹੜੇ ਗੱਡੀ ਚੜਾਈ, ਜਾਂ ਕਿਸੇ ਨੇ, ਜਿੱਦਾਂ ਤੁਸੀਂ ਖੁਦ ਹੀ ਕਹਿ ਰਹੇ ਸੀਗੇ ਕਿ ਕੁਝ ਲੋਕੀ ਉੱਥੇ ਕਹਿ ਰਹੇ ਸੀਗੇ ਕਿ ਸੈਲਫ ਡਿਫੈਂਸ 'ਚ ਸ਼ਾਇਦ ਹੋਇਆ, ਕਿ ਇਹਨਾਂ ਨੇ ਮਾਰ ਦੇਣਾ ਸੀਗਾ। ਹੁਣ ਕਈ ਸਾਰੀਆਂ ਥਿਊਰੀਆਂ ਜਿਹੜੀਆਂ ਨੇ ਆ ਸਾਰੀਆਂ ਚੱਲ ਰਹੀਆਂ ਨੇ, ਲੇਕਿਨ ਜੋ ਸਰਕਾਰ ਨੇ ਫੈਸਲਾ ਲਿਆ, ਜੋ ਸੰਯੁਕਤ ਕਿਸਾਨ ਮੋਰਚਾ ਨੇ ਫੈਸਲਾ ਲਿਆ ਸਰਕਾਰ ਦੇ ਨਾਲ ਮਿਲ ਕੇ ਕਿ ਇੱਕ ਜਿਹਦੀ ਵੀ ਡੈਥ ਹੋਈ ਹੈ ਉਹਨੂੰ 45 ਲੱਖ ਰੁਪਇਆ ਕੰਪਨਸੇਸ਼ਨ, ਇੱਕ ਉਹਦੇ ਘਰਦਿਆਂ ਨੂੰ ਨੌਕਰੀ, ਤੇ 10 ਲੱਖ ਰੁਪਇਆ ਜਿਹੜੇ ਇੰਜਰਡ ਹੋਏ ਨੇ, ਤੇ ਉਸ ਤੋਂ ਇਲਾਵਾ ਇਹਦੀ ਜੁਡੀਸ਼ੀਅਲ ਜਿਹੜੀ ਜਾਂਚ ਆ ਉਹ ਕਰਾਈ ਜਾਏਗੀ, ਤੇ ਇਸ ਤੋਂ ਬਾਅਦ ਸਭ ਕੁਝ ਨਿਕਲ ਕੇ ਆ ਜਾਏਗਾ ਕਿ ਕੀ ਹੋਇਆ ਹੈਗਾ। ਸੋਈ ਸਾਹਿਬ, ਹਰਪ੍ਰੀਤ ਜੀ ਦੇਖੋ, ਸੋਈ ਸਾਹਿਬ, ਮੈਂ ਤਾਂ ਉਸ ਗੱਲ ਦਾ ਜਵਾਬ ਤੁਹਾਡੇ ਤੋਂ ਚਾਹ ਰਿਹਾ, ਜਿਹੜਾ ਸਟੀਕ ਸਵਾਲ ਤੇ ਸਟੀਕ ਜਵਾਬ
ਕੀ ਇਹ ਸਭ ਕੁਝ ਪਲਾਨਡ ਸੀਗਾ ਜਾਂ ਨਹੀਂ ਸੀ? ਪੰਗੂ ਸਾਹਿਬ ਨੇ ਸਿੱਧਾ ਕਿਹਾ ਕਿ ਪਲਾਨਡ ਸੀਗਾ ਲੋਕਾਂ ਨੂੰ ਮਾਰਨ ਦਾ। ਲੱਗਦਾ ਹੈ ਪਲਾਨ ਸੀਗਾ? ਇਹਦਾ ਮਤਲਬ ਤੁਸੀਂ ਦੱਸੋ ਨਾ। ਨਹੀਂ, ਇਹਦਾ ਮਤਲਬ ਕਿਸਾਨਾਂ ਨੇ ਪਲਾਨ ਕੀਤਾ ਸੀਗਾ ਕਿ 4 ਬੰਦੇ ਮਾਰਨੇ ਸੀਗੇ, 4 ਬੀਜੇਪੀ ਦੇ ਵਰਕਰ ਮਾਰਨੇ ਸੀਗੇ, ਇੱਕ ਜਰਨਲਿਸਟ ਨੂੰ ਮਾਰਨਾ ਸੀਗਾ। ਇਹਦੇ 'ਚ ਤੇ ਐਵੇਂ ਬੇਫਜ਼ੂਲ ਗੱਲਾਂ ਸੀ ਕਰਕੇ ਤੇ ਲੋਕਾਂ ਦਾ ਧਿਆਨ ਭਟਕਾ ਰਹੇ ਆ। ਇਹਦਾ ਮਤਲਬ ਪਲਾਨ ਨਹੀਂ ਹੁੰਦਾ। ਜੇ ਸਾਡੇ ਅਸ਼ਵਨੀ ਸ਼ਰਮਾ ਹੋਣਾ ਦੀ ਕਾਰ ਤੋੜੀ ਗਈ ਸੀਗੀ ਇੱਥੇ ਬਾਰਡਰ ਦੇ ਟੋਲ ਪਲਾਜ਼ਾ ਤੇ, ਉਹ ਪਲਾਨ ਕੀਤਾ ਗਿਆ ਸੀਗਾ? ਜੇ ਸਾਡੇ ਐਮਐਲਏ ਨੂੰ ਨੰਗਾ ਕੀਤਾ ਗਿਆ ਸੀ, ਉਹ ਪਲਾਨ ਕੀਤਾ ਗਿਆ ਸੀ? ਕੋਈ ਪਲਾਨ ਨਹੀਂ ਸੀਗਾ। ਆ ਇੱਕ ਇਨਸੀਡੈਂਟ ਹੋਇਆ, ਉਹ ਮੰਦਭਾਗਾ ਇਨਸੀਡੈਂਟ ਹੈਗਾ, ਸੋ ਉਹਦੀ ਕੰਡੈਮ ਕਰਨੇ ਆ, ਉਹਦੀ ਕੰਡੋਲੈਂਸ ਹੈਗੀਆਂ। ਜੇ ਸਾਡੇ ਕਿਸਾਨ ਵੀਰ ਉੱਥੇ ਮਾਰੇ ਗਏ ਨੇ ਤੇ ਬਹੁਤ ਮੰਦਭਾਗੀ ਗੱਲ ਹੈਗੀ ਹੈ। ਜੇ ਸਾਡੇ 4 ਬੀਜੇਪੀ ਦੇ ਵਰਕਰ ਮਾਰੇ ਗਏ ਨੇ, ਉਹ ਵੀ ਬੜੀ ਮੰਦਭਾਗੀ ਗੱਲ ਹੈਗੀ ਹੈ। ਮੈਂ ਜਵਾਬ ਦੇਣਾ ਪੰਗੂ ਸਾਹਿਬ। ਪੰਗੂ ਸਾਹਿਬ ਕਹਿੰਦੇ ਨੇ 4 ਜੇ ਕਿਸਾਨ ਮਰੇ ਨੇ ਤੇ 4 ਬੀਜੇਪੀ ਦੇ ਵਰਕਰ ਵੀ ਤਾਂ ਮਰੇ ਆ। ਇਸ ਕਰਕੇ ਪਲਾਨਡ ਹੁੰਦਾ ਤੇ ਬੀਜੇਪੀ ਦਾ ਇੱਕ ਵੀ ਬੰਦਾ ਨਾ ਮਰਦਾ। ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਉਹਨਾਂ ਦੇ ਜਵਾਬ ਦੇ ਵਿੱਚ ਕਿ ਜੇ ਪਲਾਨਡ ਨਾ ਹੁੰਦਾ ਤਾਂ ਮਨੋਹਰ ਲਾਲ ਖੱਟਰ ਜੀ ਨੂੰ, ਜੇ ਹਰਿਆਣਾ ਦੇ ਚੀਫ ਮਿਨਿਸਟਰ ਨੇ, ਉਸੇ ਟਾਈਮ ਇਹ ਬਿਆਨ ਦੇਣ ਦੀ ਕੀ ਜ਼ਰੂਰਤ ਸੀ? ਸਾਰੇ ਵਰਕਰਸ ਇਕੱਠੇ ਕਰਕੇ ਵਲੰਟੀਅਰ ਫੌਜ ਬਣਾ ਕੇ ਉਹਨਾਂ ਨੂੰ ਕਹਿਣਾ ਤੁਸੀਂ ਡੰਡੇ ਚੱਕੋ ਔਰ ਕਾਊਂਟਰ ਕਰੋ, ਇਸ ਦਾ ਜੈਸੇਗਾ ਤੈਸਾ ਕਰੋ। ਤਾਂ ਇਹ ਲਾਈਨ ਕਿੱਥੋਂ ਆਈ? ਇਹ ਇੱਕੋ ਟਾਈਮ ਕਿੱਥੋਂ ਆਈ? ਤਾਂ ਉਹਦਾ ਚੁੱਪ ਰਹਿੰਦੇ। ਅਜੇ ਕਰਨਾਲ ਦੇ ਵਿੱਚ ਕੁਝ ਦਿਨ ਪਹਿਲਾਂ ਘਟਨਾ ਹੋਈ ਹੈ, ਉਹ ਐਸਡੀਐਮ ਬੜਾ ਛੋਟਾ ਅਫਸਰ ਸੀ, ਹੀ ਓਵਰਸਟੈਪਡ ਜੁਰਿਡਿਕਸ਼ਨ। ਉਹਨੇ ਇਹ ਕਹਿ ਕੇ ਕਿਸਾਨਾਂ ਦੇ ਸਿਰ ਫੋੜ ਦਿਓ। ਤਾਂ ਇਹ ਸੀ ਅਜੇ ਉਸ ਤੋਂ ਸਬਕ ਨਹੀਂ ਸਿੱਖਿਆ ਕਿ ਯੂਪੀ ਦੇ ਵਿੱਚ ਏਡੀ ਵੱਡੀ ਘਟਨਾ ਹੋਈ ਤੇ ਇੱਕ ਮੁੱਖ ਮੰਤਰੀ ਜਿਨ੍ਹਾਂ ਇੱਕ ਸੰਵਿਧਾਨ ਦੀ ਸਹੁੰ ਖਾਧੀ ਹੋਈ ਹੈ, ਉਹਨੂੰ ਸੋਚ ਕੇ ਕੁਝ ਕਹਿਣਾ ਚਾਹੀਦਾ ਹੈ। ਨਾ ਉਹਦੇ ਸਾਹਮਣੇ ਸੰਵਿਧਾਨ ਹੈ, ਨਾ ਜਮਹੂਰੀਅਤ ਹੈ, ਨਾ ਕੋਈ ਐਸਾ ਰੂਲਸ ਐਂਡ ਰੈਗੂਲੇਸ਼ਨ ਹੈ ਕਿ ਉਹਨਾਂ ਦੇ ਦਾਇਰੇ ਚ ਬੋਲੇ। ਹਾਂਜੀ ਸੋਈ ਮੈਂ ਕਹਿੰਦਾ ਇਹ ਸੋਈ ਸਾਹਿਬ ਕਹਿੰਦੇ ਨੇ ਕਿ ਪ੍ਰਵੋਕ ਤੁਸੀਂ ਖੁਦ ਹੀ ਕਰ ਰਹੇ ਹੋ ਨਾ। ਖੱਟਰ ਸਾਹਿਬ ਪ੍ਰਵੋਕ ਕਰ ਰਹੇ ਨੇ, ਲੋਕਾਂ ਨੂੰ ਪ੍ਰਵੋਕ ਕਰ ਰਹੇ ਹੋ ਕਿ ਡਾਂਗਾ ਚੁੱਕ ਲਓ। ਕੈਲਕੂਲੇਟਡ ਲਾਈਨ ਆਫ ਦਾ ਬੀਜੇਪੀ। ਦੇਖੋ ਹਰਪ੍ਰੀਤ ਜੀ, ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਆ ਜਿਹੜਾ ਅੰਦੋਲਨ ਹੈਗਾ ਇਹਦੇ 'ਚ ਕੁਝ ਅਰਾਜਕ ਤੱਤਵ ਜਿਹੜੇ ਨੇ ਉਹ ਵੜ ਗਏ ਨੇ। ਉਹ ਅੰਦੋਲਨ ਨੂੰ ਜਿਹੜਾ ਪੀਸਫੁਲ ਚੱਲ ਰਿਹਾ ਸੀਗਾ, ਸਾਡੇ ਕਿਸਾਨ ਭਰਾ ਇਦਾਂ ਦੀਆਂ ਹਰਕਤਾਂ ਨਹੀਂ ਕਰ ਸਕਦੇ, ਇਦਾਂ ਦੇ ਕਾਰਨਾਮੇ ਨਹੀਂ ਕਰ ਸਕਦੇ ਵੀ ਬੰਦਿਆਂ ਨੂੰ, ਜੇ ਉੱਥੇ ਐਕਸੀਡੈਂਟ ਹੋਇਆ, ਗੱਡੇ ਦੇ ਜੀਪ ਦੇ ਥੱਲੇ ਬੰਦੇ ਆਏ, ਜੀਪ ਉਲਟੀ ਤੇ ਉਹਨਾਂ ਨੇ ਬੰਦੇ ਕੱਢ ਕੇ ਲਾਠੀਆਂ ਨਾਲ, ਕਿਰਪਾਨਾਂ ਨਾਲ ਬੰਦੇ ਮਾਰੇ। ਸਾਡੇ ਕਿਸਾਨ ਭਰਾ ਨਹੀਂ ਕਰ ਸਕਦੇ। ਆ ਅਰਾਜਕ ਤੱਤਵ ਸੀਗੇ, ਐਂਟੀ ਸੋਸ਼ਲ ਐਲੀਮੈਂਟ ਸੀਗੇ। ਜਿਨ੍ਹਾਂ ਨੇ ਉੱਥੇ ਕੀਤਾ, ਕਰਨਾਲ 'ਚ ਕੀਤਾ, ਉਹ ਵੀ ਐਂਟੀ ਸੋਸ਼ਲ ਐਲੀਮੈਂਟ ਸੀਗੇ। ਆ ਜਿਹੜੇ ਵੀ ਜੇ ਖੱਟਰ ਸਾਹਿਬ ਕਹਿ ਰਹੇ ਨੇ, ਉਹ ਕਹਿ ਰਹੇ ਨੇ ਕਿ ਜਿਹੜੇ ਆ ਅੰਦੋਲਨ ਦੇ ਵਿੱਚ ਐਂਟੀ ਸੋਸ਼ਲ ਐਲੀਮੈਂਟ ਨੇ, ਜਿਹੜੇ ਤੁਹਾਨੂੰ ਮਾਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਸੈਲਫ ਡਿਫੈਂਸ ਤਿਆਰ ਕਰੋ। ਕਿਸਾਨ ਤੇ ਸਾਡੇ ਅੰਨਦਾਤਾ, ਕਿਸਾਨ ਤੇ ਸਾਡੇ ਭਰਾ ਨੇ, ਕਿਸਾਨ ਤੇ ਸਾਡੇ ਵਿੱਚੋਂ ਨੇ। ਬੀਜੇਪੀ ਆਗੂ ਗੱਡੀ ਥੱਲੇ ਦਰੜ ਦੇਣ ਤਾਂ ਕੋਈ ਨਹੀਂ, ਜੇ ਕਿਸਾਨ ਅੱਗੋਂ ਕੁਝ ਕਹਿ ਦਿੰਦਾ ਤਾਂ ਉਹ ਅਰਾਜਕਤਾ ਫੈਲਾਉਣ ਵਾਲੇ ਲੋਕ ਨੇ। ਮਤਲਬ ਤੁਹਾਡੇ ਲੀਡਰਾਂ ਦੇ ਗੱਡੀ ਥੱਲੇ ਕਿਸਾਨ ਆ ਗਏ, ਜੇ ਉਹ ਮਰ ਗਏ। ਇੱਕ ਮਿੰਟ ਸੁਣੋ ਨਾ, ਬੀਜੇਪੀ ਆਗੂਆਂ ਦੇ ਸੀ ਨਾ, ਬੀਜੇਪੀ ਆਗੂਆਂ ਦੀ ਗੱਡੀ ਦੇ ਥੱਲੇ ਕੋਈ ਆ ਜਾਂਦਾ ਤਾਂ ਉਹ ਮਾਰੇ ਗਏ। ਜੇ ਉਹਨਾਂ ਨੇ ਕੋਈ ਐਕਸ਼ਨ ਕਰਤਾ ਅੱਗੋਂ ਤਾਂ ਉਹ ਅਰਾਜਕਤਾ ਫੈਲਾਉਣ ਵਾਲੇ ਨੇ। ਹਰਪ੍ਰੀਤ ਜੀ, ਜਿਹੜੀ ਸਟੇਟਮੈਂਟ ਤੁਸੀਂ ਦੇ ਰਹੇ ਹੋ ਕਰੈਕਟ ਨਹੀਂ ਹੈ। ਦੁਬਾਰਾ ਬੋਲ ਦਿਓ। ਜੁਡੀਸ਼ੀਅਰੀ ਇਨਕੁਆਇਰੀ ਹੋ ਜਾਂਦੇ ਹੋ, ਉਸ ਤੋਂ ਬਾਅਦ ਤੁਸੀਂ ਕਿਹਾ ਕਿ ਗੱਡੀ ਥੱਲੇ ਦੇ ਕੇ ਮਾਰਿਆ ਕਿਸੇ ਨੂੰ। ਮੈਂ ਕਿਹਾ ਗੱਡੀ ਥੱਲੇ ਆ ਕੇ ਮਾਰਿਆ ਗਿਆ, ਗੱਡੀ ਥੱਲੇ ਦੇ ਕੇ ਮਾਰਿਆ ਗਿਆ। ਗੱਡੀ ਕਿੱਥੇ ਸੀ? ਸੋਈ ਸਾਹਿਬ ਫਿਰ ਇੱਕ ਮਿੰਟ ਸੋਈ ਸਾਹਿਬ, ਐਫਆਈਆਰ ਕਿਉਂ ਦਰਜ ਕੀਤੀ ਗਈ? ਬਾਈ ਨੇਮ ਦਰਜ ਕੀਤੀ ਗਈ ਤੁਹਾਡੇ ਆਗੂਆਂ ਦੇ ਖਿਲਾਫ। ਉਹਦਾ ਲੜਕਾ ਹੋਵੇ ਔਰ ਉਹਦੇ ਨਾਲ ਉਹਦੇ ਬਦਮਾਸ਼ ਹੋਣ, ਉਹ ਜਾਣਬੁੱਝ ਕੇ ਗੱਡੀ ਥੱਲੇ ਦਰੜੇ। ਦਿਸ ਇਜ਼ ਨਾਟ ਅ ਸਮਾਲ ਇਨਸੀਡੈਂਟ। ਚਲੋ ਇੱਕ ਮਿੰਟ ਸੋਈ ਸਾਹਿਬ ਸੰਕੇਤ ਆਣਾ, ਮੈਂ ਵਾਪਸ ਇੱਕ ਮਿੰਟ ਯੂਪੀ ਦੇ ਤਾਂ ਜੰਗਲ ਦਾ ਰਾਜ ਹੈ। ਰਿਐਕਸ਼ਨ ਇੱਕ ਰਿਐਕਸ਼ਨ ਮੈਂ ਲੈ ਲਾ ਸਾਰਿਆਂ ਤੋਂ, ਫਿਰ ਮੈਂ ਤੁਹਾਡੇ ਕੋਲ ਆਉਣਾ। ਸੈਦ ਸਾਹਿਬ ਤੋਂ ਵੀ ਕਰ ਲਈਏ। ਸੈਦ ਸਾਹਿਬ, ਅੱਜ ਤੁਹਾਡੇ ਮੁੱਖ ਮੰਤਰੀ ਵੀ ਜਾਣਾ ਚਾਹੁੰਦੇ ਸੀਗੇ, ਉਹਨਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਗਿਆ। ਬੀਜੇਪੀ ਕਹਿੰਦੀ ਹੈ ਕਿ ਯੂਪੀ ਨੂੰ ਅਸੀਂ ਸਿਆਸੀ ਮੰਚ ਨਹੀਂ ਬਣ ਦੇਣਾ, ਲਖੀਮਪੁਰ ਨੂੰ ਸਿਆਸੀ ਮੰਚ ਨਹੀਂ ਬਣ ਦੇਣਾ, ਆਪਣੀ ਸਿਆਸੀ ਰੋਟੀਆਂ ਪੰਜਾਬ ਹੀ ਸੇਕੋ। ਹਰਪ੍ਰੀਤ ਜੀ, ਸਿਆਸੀ ਰੋਟੀਆਂ ਸੇਕਣ ਵਾਲੀ ਗੱਲ ਨਹੀਂ। ਅੱਜ ਹਿੰਦੁਸਤਾਨ ਦੇ ਜਿਹੜਾ ਇਤਿਹਾਸ ਦੇ ਵਿੱਚ ਜੋ ਹੋਇਆ ਹੈ ਜੀ, ਇਹ ਲੂ ਕੰਡੇ ਖੜੇ ਕਰਨ ਵਾਲੀ ਘਟਨਾਵਾਂ ਨੇ ਜਿਹੜੀਆਂ। ਪੰਗੂ ਸਾਹਿਬ ਬਿਲਕੁਲ ਠੀਕ ਕਹਿ ਰਹੇ ਨੇ। ਜਿਹੜਾ ਕਿਸਾਨੀ ਸੰਘਰਸ਼ ਹੈ ਤਕਰੀਬਨ 1 ਸਾਲ ਤੋਂ ਚੱਲ ਰਿਹਾ ਹੈ, ਇਹ ਕੇਂਦਰ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈਗਾ ਤੇ ਉਹਨਾਂ ਦੀਆਂ ਜਿਹੜੀਆਂ ਜੜਾਂ ਖੋਖਲੀਆਂ ਕਰਤੀਆਂ ਸਰਕਾਰ ਦੀਆਂ, ਮੰਨੇ ਪਵੇ ਨਾ ਮੰਨੇ, ਅੜੇ ਹੋਏ ਨੇ ਕਾਨੂੰਨ ਕਿ ਅਸੀਂ ਰੱਦ ਨਹੀਂ ਕਰਨੇ ਹੈਗੇ, ਲੇਕਿਨ ਸਰਕਾਰ ਹਿਲਾ ਕੇ ਰੱਖਤੀ ਹੈ। ਸੋ ਇਹਨਾਂ ਦਾ ਇਹ ਪਲਾਨ ਕੀ ਬਣੀ, ਸਾਜ਼ਿਸ਼ ਕੀ ਬਣੀ ਕਿ ਹੁਣ ਆਪਾਂ ਹੋਰ ਹੱਥੇ ਕੰਡੇ ਵਰਤ ਕੇ ਇਹ ਸੰਘਰਸ਼ ਨੂੰ ਖਤਮ ਨਹੀਂ ਕਰ ਸਕੇ, ਹੁਣ ਆਪਾਂ ਤਸ਼ੱਦਦ ਨਾਲ ਖਤਮ ਕਰਨਾ ਹੈ। ਇਹ ਪਲਾਨਡ ਹੈ, ਬਿਲਕੁਲ ਸਾਜ਼ਿਸ਼ ਹੈ। ਦੇਖੋ ਸਾਜ਼ਿਸ਼ ਜਿਹੜੀ ਹੈਗੀ ਨਾ ਜੀ,
ਜਿਵੇਂ ਅਸੀਂ ਕਾਨੂੰਨ ਦੇ ਵਿੱਚ ਦੇਖਦੇ ਹਾਂ ਕਿ ਉਹਦਾ ਸਿੱਧਾ ਜਿਹੜਾ ਕੋਈ ਸਬੂਤ ਨਹੀਂ ਹੁੰਦਾ ਉਹ ਘਟਨਾਵਾਂ ਜੇ ਆਪਾਂ ਕੜੀਆਂ ਬਾਈ ਕੜੀ ਜੋੜਦੇ ਜਾਈਏ ਤਾਂ ਉਹ ਸਾਬਤ ਹੋ ਜਾਂਦਾ ਹੁੰਦਾ ਹੈ। ਤੇ ਇਸ ਦੇ ਵਿੱਚ ਆਪਾਂ ਕੜੀਆਂ ਮਿਲਾ ਕੇ ਦੇਖੋ, ਇੱਕ ਅਫਸਰ ਨੇ ਪਹਿਲਾਂ ਹਰਿਆਣੇ ਦੇ ਵਿੱਚ ਕਿਹਾ ਕਿ ਸਰ ਫੋੜ ਦਿਓ ਕਿਸਾਨੋਂ ਕੇ, ਉਸ ਤੋਂ ਬਾਅਦ ਬਾਕੀਆਂ ਦੇ ਜਿਹੜੇ ਬਿਆਨ ਆਏ। ਖੱਟੜ ਸਾਹਿਬ ਦਾ ਇੱਕ ਮੁੱਖ ਮੰਤਰੀ ਨੇ ਇਹ ਕਹਿ ਕੇ ਕਿ ਤੁਸੀਂ ਫੌਜ ਖੜੀ ਕਰੋ, ਲੱਠ ਚੁੱਕੋ, ਕਿਸਾਨਾਂ ਨੂੰ ਮਾਰੋ। ਉਧਰੋਂ ਕੇਂਦਰ ਦਾ ਇੱਕ ਵਜ਼ੀਰ ਜਿਹੜਾ ਹੈਗਾ ਗ੍ਰਹਿ ਮੰਤਰੀ, ਉਹ ਇਦਾਂ ਦੀਆਂ ਘਟਨਾਵਾਂ ਕਰੇ, ਧਮਕੀਆਂ ਦਵੇ। ਤੇ ਉਸ ਤੋਂ ਬਾਅਦ ਜਿਹੜਾ ਘਟਨਾ ਇੱਥੇ ਹੋਈ ਹੈ ਕੱਲ, ਇਹ ਜਿਹੜੀ ਹੈਗੀ ਹੈ ਉੱਥੇ ਕੁਚਲਿਆ ਗਿਆ, ਕਿਸਾਨਾਂ ਨੂੰ ਕਤਲ ਕੀਤਾ ਗਿਆ। ਇਹ ਸਾਰੀਆਂ ਘਟਨਾਵਾਂ ਆਪਾਂ ਕੜੀਆਂ ਜੋੜ ਕੇ ਵੇਖੀਏ ਤਾਂ ਇਹ ਲੱਗਦਾ ਹੈ ਕਿ ਬੀਜੇਪੀ ਦੀ ਕੇਂਦਰ ਸਰਕਾਰ ਨੇ, ਹਰਿਆਣੇ ਦੀ ਖੱਟੜ ਸਰਕਾਰ ਨੇ, ਯੂਪੀ ਦੀ ਯੋਗੀ ਸਰਕਾਰ ਨੇ ਇਕੱਲੇ ਕਿਸਾਨਾਂ ਦਾ ਕਤਲ ਨਹੀਂ ਕੀਤਾ, ਸੰਵਿਧਾਨ ਦਾ ਵੀ ਕਤਲ ਕੀਤਾ ਹੈ। ਇੱਕ ਚੁਣਿਆ ਹੋਇਆ ਮੁੱਖ ਮੰਤਰੀ ਵਾਇਲੈਂਸ ਨੂੰ ਪ੍ਰਮੋਟ ਕਰੇ, ਲੋਕਾਂ ਨੂੰ ਕਹੇ ਹਥਿਆਰ ਚੁੱਕ ਲਓ, ਉਹਨੂੰ ਮੁੱਖ ਮੰਤਰੀ ਰਹਿਣ ਦਾ ਕੋਈ ਅਧਿਕਾਰ ਨਹੀਂ ਜੇ, ਕੋਈ ਅਧਿਕਾਰ ਨਹੀਂ ਉਹਨੂੰ, ਉਹ ਡਿਸਮਿਸ ਹੋਣਾ ਚਾਹੀਦਾ ਹੈ। ਯੂਪੀ ਦਾ ਜਿਹੜਾ ਯੋਗੀ ਆਦਿੱਤਿਆਨਾਥ ਜਿਹੜਾ ਚੀਫ ਮਿਨਿਸਟਰ ਹੈਗਾ, ਉਹ ਵਾਇਲੈਂਸ ਨੂੰ ਪ੍ਰਮੋਟ ਕਰੇ, ਹਿੰਸਾ ਨੂੰ ਪ੍ਰਮੋਟ ਕਰੇ, ਉਹਨੂੰ ਵੀ ਡਿਸਮਿਸ ਹੋਣਾ ਚਾਹੀਦਾ ਹੈਗਾ। ਤੇ ਜੋ ਤੁਸੀਂ ਗੱਲ ਕਰ ਰਹੇ ਹੋ ਕਿ ਕਿਸਾਨਾਂ ਨੇ ਸਮਝੌਤਾ ਕਰ ਲਿਆ, ਨਹੀਂ, ਮੈਂ ਮੰਨਦਾ ਕਿ ਕਿਸਾਨਾਂ ਨੇ ਕੋਈ ਪਿੱਛੇ ਨਹੀਂ ਹਟੇ। ਉਹਨਾਂ ਨੇ ਸਿਰਫ ਸਿਚੁਏਸ਼ਨ ਨੂੰ ਜਿਹੜੀ ਹੈਗੀ ਹੈ ਠੀਕ ਕਰਨ ਵਾਸਤੇ ਉਹਨਾਂ ਨੇ ਕਿਹਾ ਕਿ ਨਿਆਇਕ ਜਾਂਚ ਹੋਵੇ, ਸਰਕਾਰ ਨੇ ਮੰਨ ਲਈ, ਪਰਚਾ ਕਤਲ ਦਾ ਹੋ ਗਿਆ, ਉਹਨਾਂ ਨੇ ਕਿਹਾ ਉਹਨਾਂ ਨੂੰ ਫੜੋ, ਬਿਲਕੁਲ ਠੀਕ ਆ, ਫੜਨੇ ਚਾਹੀਦੇ ਨੇ ਜਿੰਨੀ ਜਲਦੀ ਹੋ ਸਕੇ। ਸੋ ਕਿਸਾਨ ਅੜੇ ਹੋਏ ਨੇ, ਸਰਕਾਰ ਜਿਹੜੀ ਹੈਗੀ ਹੈ ਲੇਕਿਨ ਸਿੱਧੇ ਤੇ ਉਤਰੀ ਹੋਈ ਹੈਗੀ ਹੈ। ਠੀਕ ਹੈ, ਮੈਂ ਸਵੈਚਾ ਬਾਨਾ ਵਾਪਸ ਇੱਕ ਰਿਐਕਸ਼ਨ ਲੈ ਲਵਾਂ। ਸੰਵਿਧਾਨ ਇੱਕ ਹੋਰ ਵੀ ਖਬਰ ਆ ਗਈ ਹੈ, ਸਰਕਾਰ ਰੂਲ ਆਫ ਲਾਅ ਹੋਵੇ। ਸਵੈਚ ਸਾਹਿਬ ਇੱਕ ਹੋਰ ਵੀ ਖਬਰ ਆ ਗਈ ਹੈ, ਉਹਦਾ ਜਵਾਬ ਤੁਹਾਨੂੰ ਦੇਣਾ ਪਏਗਾ। ਰਾਜਸਥਾਨ ਦੇ ਵਿੱਚ ਲਾਠੀ ਚਾਰਜ ਹੋਇਆ, ਜ਼ਬਰਦਸਤ ਲਾਠੀ ਚਾਰਜ ਕਿਸਾਨਾਂ ਤੇ ਰਾਜਸਥਾਨ ਦੇ ਵਿੱਚ ਵੀ ਹੋਇਆ। ਉਹ ਇਸ ਕਰਕੇ ਹੋਇਆ ਕਿਉਂਕਿ ਝੋਨੇ ਦੀ ਚੁੱਕ ਦੇ ਲਈ ਕਹਿ ਰਹੇ ਸੀਗੇ ਕਿ ਝੋਨੇ ਦੀ ਖਰੀਦ ਹੋਣੀ ਚਾਹੀਦੀ ਹੈ, ਇਸ ਲਈ ਉਹ ਧਰਨਾ ਲਾ ਕੇ ਬੈਠੇ ਸੀ। ਉੱਥੇ ਜ਼ਬਰਦਸਤ ਲਾਠੀ ਚਾਰਜ ਹੋਇਆ, ਉੱਥੇ ਵੀ ਦਰਜਨਾਂ ਕਿਸਾਨ ਜ਼ਖਮੀ ਹੋ ਗਏ ਨੇ। ਮੇਰੇ ਕੋਲ ਅਪਡੇਟ ਆ ਰਹੀ ਹੈ, ਮੈਂ ਦੁਬਾਰਾ ਫਿਰ ਤੁਹਾਡੇ ਤੋਂ ਉਹਦੀ ਜਾਣਕਾਰੀ ਵੀ ਲੈ ਲਾਂਗਾ। ਹੁਣ ਸਵਾਲ ਇਹ ਉੱਠਦਾ ਕਿ ਅੱਗੇ ਕੀ? ਕਲੀਅਰ ਸਾਹਿਬ, ਜਿਹੜਾ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਚੱਲ ਰਿਹਾ, ਜਿਵੇਂ ਕਿਸਾਨ ਭਾਈਚਾਰਾ ਵੀ ਕਹਿ ਰਿਹਾ, ਕਿ ਇਹ ਇੱਕ ਘਟਨਾ ਵਜੋਂ ਦੇਖਿਆ ਜਾ ਸਕਦਾ? ਇਹ ਹੋ ਜਾਂਦਾ ਕਈ ਵਾਰੀ ਕਿ ਇੱਕ ਕਾਫਲਾ ਆ ਰਿਹਾ, ਉਸ ਕਾਫਲੇ ਨੂੰ ਘੇਰਿਆ ਜਾਂਦਾ ਹੈ ਤਾਂ ਕਾਫਲਾ ਜ਼ਬਰਦਸਤੀ ਨਿਕਲਣ ਦੀ ਕੋਸ਼ਿਸ਼ ਕਰਦਾ ਹੈ, ਉਸ ਕਾਫਲੇ ਦੇ ਥੱਲੇ ਇਹ ਸਾਰਾ ਕੁਝ ਹੋ ਜਾਂਦਾ ਕਿ ਇੱਕ ਤਾਂ ਇਹ ਚੀਜ਼ ਹੋ ਸਕਦੀ ਹੈ, ਇੱਕ ਗਿਣੀ ਮਿੱਥੀ ਸਾਜ਼ਿਸ਼ ਵੀ ਹੋ ਸਕਦੀ ਹੈ। ਜੇ ਅੰਦੋਲਨ ਇਦਾਂ ਨਹੀਂ ਤਾਂ ਇਦਾਂ ਖਤਮ ਕਰ ਦਿਓ। ਹਰਪ੍ਰੀਤ ਜੀ, ਮੈਂ ਇਹਨੂੰ ਇਸ ਤਰੀਕੇ ਨਾਲ ਦੇਖਦਾ ਕਿ ਇੱਕ ਬਰੂਟੈਂਟ ਮਿਸਯੂਜ਼ ਹੈ ਮੈਜੋਰਿਟੀ ਦਾ, ਜੋ ਲਖੀਮਪੁਰ ਉੱਥੇ ਹੋਇਆ ਕੱਲ, ਇਹਨੂੰ ਕਿਸੇ ਵੀ ਤਰੀਕੇ ਤੁਸੀਂ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਬੇਹੱਦ ਅਫਸੋਸਨਾਕ, ਬੇਹੱਦ ਸ਼ਰਮਨਾਕ। ਔਰ ਬੀਜੇਪੀ ਦੀ ਜਿਹੜੀ ਸਰਕਾਰ ਆ, ਜਿਸ ਤਰ੍ਹਾਂ ਖੱਟਰ ਸਾਹਿਬ ਦੀ ਸਟੇਟਮੈਂਟ ਦੀ ਆਪਾਂ ਗੱਲ ਕਰਦੇ ਹਾਂ, ਮੈਂ ਅੱਜ ਇਹ ਗੱਲ ਜ਼ਰੂਰ ਸਮਝਿਆ ਇੱਕ ਯੂਥ ਹੋਣ ਦੇ ਨਾਤੇ ਕਿ ਅਗਰ ਤੁਸੀਂ ਪੋਲੀਟੀਕਲ ਪੋਜੀਸ਼ਨ ਦੇ ਉੱਤੇ ਬੈਠਣਾ ਹੈ ਤਾਂ ਰਾਜਨੀਤੀ ਤੁਹਾਡੀ ਜਿਹੜੀ ਤੁਹਾਡਾ ਸੂਝ-ਬੂਝ ਹੈ ਜਾਂ ਤੁਹਾਨੂੰ ਐਕਸਪੀਰੀਅੰਸ ਹੈ ਉਹ ਕਿੰਨਾ ਜ਼ਰੂਰੀ ਹੈ। ਇਸ ਅੰਦੋਲਨ ਦੇ ਵਿੱਚ ਅਗਰ ਕਿਸੇ ਨੇ ਇਸ ਤਰੀਕੇ ਦੀ ਵਾਇਲੈਂਸ ਦਾ ਮੁੱਢ ਬੰਨਿਆ ਤਾਂ ਇਹ ਖੱਟਰ ਸਾਹਿਬ ਹੀ ਨੇ। ਜਿੱਦਣ ਕਿਸਾਨ ਦਿੱਲੀ ਨੂੰ ਸ਼ਾਂਤਮਈ ਜਾ ਰਹੇ ਸੀ, ਬੈਰੀਕੇਡ ਲਾਣਾ, ਫਿਰ ਅਥਰੂ ਗੈਸ ਦੇ ਗੋਲੇ, ਡਾਂਗਾ, ਪਾਣੀ ਦੀਆਂ ਬੁਛਾਰਾਂ, ਇਹੀ ਖੱਟਰ ਸਰਕਾਰ ਹੈ। ਸੋ ਖੱਟਰ ਸਾਹਿਬ ਐਸੇ ਜਿਹੜੀ ਉਹਨਾਂ ਦੇ ਐਕਟ ਐਂਡ ਕੰਡਕਟ ਹੈ, ਜੋ ਉਹਨਾਂ ਦੀ ਬਿਆਨਬਾਜ਼ੀ ਹੈ, ਮੈਂ ਇਹ ਗੱਲ ਕਹਿਣਾ ਕਿ ਖੱਟਰ ਸਾਹਿਬ ਇੱਕ ਬਹੁਤ ਹੱਦ ਤੱਕ ਜ਼ਿੰਮੇਵਾਰ ਨੇ। ਅਗਰ ਅੱਜ ਬੀਜੇਪੀ ਦੇ ਤੇ ਕਿਸਾਨਾਂ ਦੇ ਵਿੱਚ ਇੱਕ ਬਹੁਤ ਵੱਡਾ ਪਾੜਾ ਹੈ ਤਾਂ ਉਹਦੇ 'ਚ ਜੇ ਕੋਈ ਜੜ ਦੇ ਵਿੱਚ ਬੈਠਾ ਹੈ ਤਾਂ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਸਾਹਿਬ ਨੇ। ਔਰ ਜੋ ਕੁਝ ਬੀਜੇਪੀ ਉੱਥੇ ਲਖੀਮਪੁਰ ਦੇ ਵਿੱਚ ਕੀਤਾ ਗਿਆ, ਤੁਸੀਂ ਗੱਡੀਆਂ ਚੜਾ ਦੋਗੇ, ਬੰਦੇ ਮਾਰ ਦੋਗੇ, ਜਦੋਂ ਸੰਵਾਦ ਤੁਹਾਡਾ ਰਹਿ ਗਿਆ, ਜਦੋਂ ਕਿਸਾਨਾਂ ਦੀ ਗੱਲਾਂ ਦਾ ਜਵਾਬ ਨਹੀਂ ਆਇਆ, ਜਦੋਂ ਤੁਸੀਂ ਉਹਨਾਂ ਨੂੰ ਸਮਝਾਉਣ ਦੇ ਵਿੱਚ ਨਾਕਾਮ ਰਹਿ ਗਏ, ਜਦੋਂ ਤੁਸੀਂ ਇਹ ਮੰਨ ਲਿਆ ਕਿ ਸਾਡੇ ਬਿੱਲਾਂ ਦੇ ਵਿੱਚ ਬਹੁਤ ਵੱਡੀਆਂ ਗਲਤੀਆਂ ਨੇ, ਅਸੀਂ ਸਾਰਾ ਕੁਝ ਸੋਧ ਕਰਨ ਨੂੰ ਤਿਆਰ ਹਾਂ, ਖਾਲੀ ਡੱਬੇ ਰਹਿਣ ਦਿਓ, ਤਾਂ ਅੱਜ ਆਪਣੀ ਜ਼ਿੱਦ ਪਕਾਉਣ ਲਈਏ, ਅੱਜ ਆਪਣੀ ਸਿਰਫ ਇੱਕ ਮੁੱਛ ਦੀ ਲੜਾਈ ਬਣਾਉਣ ਲਈਏ ਹੁਣ ਤੁਸੀਂ ਇਸ ਤਰੀਕੇ ਦੇ ਹੱਥ ਕੰਡੇ, ਕਦੇ ਸਿਰ ਦੇ ਵਿੱਚ ਡਾਂਗਾ ਮਾਰਨੀਆਂ, ਕਦੇ ਗੱਡੀਆਂ ਚੜਾਉਣੀਆਂ। ਇਹ ਮੈਨੂੰ ਨਹੀਂ ਲੱਗਦਾ ਕਿ ਉਹੀ ਭਾਰਤ ਹੈ ਜਿਹਦੇ ਲਈ ਅਸੀਂ ਇੰਨੇ ਸਾਲ, ਜਿਹਦੀ ਆਜ਼ਾਦੀ ਲਈ ਅਸੀਂ ਲੜੇ ਆ। ਅੱਜ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਜਾਣ ਲਈ ਰੋਕਾਂ ਲੱਗ ਗਈਆਂ, ਪਹਿਲਾਂ ਕੰਡੂਲੀਆਂ ਤਾਰਾਂ ਲਾਈਆਂ, ਹੁਣ ਤੁਸੀਂ ਦੂਜੀ ਸਟੇਟਾਂ ਦੇ ਵਿੱਚ ਨਹੀਂ ਜਾ ਸਕਦੇ। ਸੋ ਇਸ ਤਰੀਕੇ ਦਾ ਮੈਂ ਇਹ ਗੱਲ ਕਹਿਣ ਨੂੰ ਬੜਾ ਮੈਨੂੰ ਮਜਬੂਰ ਹੋਣਾ ਪੈਂਦਾ ਜੀ ਕਿ ਜਦ ਦਿੱਲੀ ਕੋਲੇ ਮੈਜੋਰਿਟੀ ਆਈ ਹੈ, ਚਾਹੇ ਫਿਰ ਇੰਦਰਾ ਰਾਜੀਵ ਉਹਨਾਂ ਦੀ ਸਰਕਾਰ ਹੋਵੇ, ਚਾਹੇ ਅੱਜ ਮੋਦੀ ਦੀ ਸਰਕਾਰ ਹੋਵੇ, ਇਸ ਤਰੀਕੇ ਦਾ ਤਸ਼ੱਦਦ ਸਰਕਾਰਾਂ ਵੱਲੋਂ ਕੀਤਾ ਹੀ ਜਾਂਦਾ। ਸੋ ਅੱਜ ਹਰਪ੍ਰੀਤ ਜੀ ਹਿਰਦਾ ਵਲੂੰਦਰਿਆ ਗਿਆ। ਔਰ ਮੈਂ ਗੱਲ ਕਹਿਣਾ ਕਿ ਕੋਈ ਪੈਸਾ ਉਹ ਜਾਨਾ ਨਹੀਂ ਵਾਪਸ ਮੋੜ ਸਕਦਾ। ਔਰ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਇਹਦੀ ਜਾਂਚ ਹੋਣੀ ਚਾਹੀਦੀ ਹੈ। ਮੈਨੂੰ ਨਹੀਂ ਲੱਗਦਾ ਕਿ ਇੱਕ ਰਿਟਾਇਰਡ ਹਾਈ ਕੋਰਟ ਜੱਜ, ਉਹ ਵੀ ਯੂਪੀ ਦੇ, ਉਸ ਇਨਫਲੂਐਂਸ ਦੇ ਨਾਲ ਇਸ ਜਾਂਚ ਨੂੰ ਕਰ ਪਾਉਣਗੇ। ਸੋ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਇਹਦੀ ਜਾਂਚ ਕਰਨ ਔਰ ਦੋਸ਼ੀ
ਅੰਦਰ ਹੋਣੇ ਚਾਹੀਦੇ ਸਲਾਖਾਂ। ਇਕਬਾਲ ਸਿੰਘ ਜੀ, ਤੁਹਾਨੂੰ ਨਹੀਂ ਲੱਗਦਾ ਕਿ ਅਜਿਹੀਆਂ ਘਟਨਾਵਾਂ ਦੇ ਨਾਲ ਮੁਲਕ ਦਾ ਪੂਰਾ ਮਾਹੌਲ ਖਰਾਬ ਹੁੰਦਾ? ਲਗਾਤਾਰ ਇੱਕ ਸ਼ਾਂਤਮਈ ਪ੍ਰਦਰਸ਼ਨ ਚੱਲ ਰਿਹਾ ਹੈ, ਜਦੋਂ ਤੁਸੀਂ ਪ੍ਰਵੋਕ ਕਰੋਗੇ, ਇੱਕ ਧਿਰ ਨੂੰ ਪ੍ਰਵੋਕ ਕਰੋਗੇ, ਉਹ ਧਿਰ ਦੂਜੀ ਧਿਰ ਤੇ ਹਮਲਾ ਕਰਦੀ ਹੈ, ਜਾਂ ਜੋ ਕੁਝ ਲਖੀਮਪੁਰ ਦੇ ਵਿੱਚ ਹੋਇਆ ਉਸ ਦੇ ਨਾਲ, ਤਾਂ ਫਿਰ ਜੱਦ ਦੇ ਵਿੱਚ ਸਾਰੇ ਹੀ ਆਣਗੇ। ਇਹ ਨਾ ਸੋਚ ਕੇ ਬੈਠੀ ਕਿ ਸਾਡੇ ਘਰ ਬਚ ਜਾਣਗੇ, ਜਦੋਂ ਅੱਗ ਲੱਗਦੀ ਹੈ ਤਾਂ ਫਿਰ ਸਾਰੇ ਉਸ ਜੱਦ ਦੇ ਵਿੱਚ ਆ ਜਾਂਦੇ ਨੇ। ਬਿਲਕੁਲ ਹਰਪ੍ਰੀਤ ਜੀ, ਸਹੀ ਗੱਲ ਕਹਿ ਰਹੇ ਹੋ ਤੁਸੀਂ। ਅਫਸੋਸ ਹੁੰਦਾ ਹੈ ਜਦੋਂ ਲੋਕ ਨਾ ਆਪਣਾ ਬੜੇ ਚਾਅ ਨਾਲ ਸਰਕਾਰਾਂ ਚੁਣਦੇ ਵੀ ਸਾਡਾ ਭਵਿੱਖ ਤੈਅ ਕਰਨਗੇ ਇਹ ਸਰਕਾਰਾਂ, ਜਦੋਂ ਨਿਕਲਦਾ ਉਹਦੇ ਉਲਟ ਹੈ ਨਾ, ਫਿਰ ਅਫਸੋਸ ਹੁੰਦਾ, ਕਿਉਂਕਿ ਸਾਡੀਆਂ ਕੀਮਤੀ ਜਾਨਾਂ ਇਹ ਲੈਣ ਲੱਗ ਜਾਂਦੇ। ਹੁਣ ਮੈਨੂੰ ਇਹ ਦੱਸੋ ਵੀ ਕੀਮਤੀ ਜਾਨਾਂ ਤੋਂ ਉੱਪਰ ਬਿੱਲ ਹੈਗੇ? ਸਾਡੀਆਂ ਕਿੰਨੀਆਂ ਜਾਨਾਂ ਚਲੇ ਗਈਆਂ? ਇਹ ਪ੍ਰਧਾਨ ਮੰਤਰੀ ਸਾਹਿਬ ਨੂੰ ਪਹਿਲਾਂ ਆਪਣਾ ਅੰਦਰ ਝਾਤੀ ਮਾਰ ਕੇ ਸੋਚਣਾ ਚਾਹੀਦਾ। ਜੇ 2 ਮੀਟਿੰਗਾਂ ਫੇਲ ਹੋ ਗਈਆਂ ਸੀ, ਤੀਜੀ 'ਚ ਆਪ ਵਹਿੰਦੇ ਵੀ ਮੈਨੂੰ ਦੱਸੋ ਕੀ ਕਿੱਥੇ ਪ੍ਰੋਬਲਮ ਹੈ, ਮੈਂ ਤੁਹਾਨੂੰ ਹੱਲ ਕਰਦਾ। ਠੀਕ ਹੈ, ਇਹਨਾਂ ਨੂੰ ਬਿੱਲਾਂ ਨੂੰ ਆਪਾਂ ਵਾਪਸ ਲੈਣਾ, ਨਵੀਂ ਕਮੇਟੀ ਬਣਾਉਂਦੇ, ਦੁਬਾਰਾ ਫਿਰ ਬਣਾ ਲੈਂਦੇ, ਸਲਾਹ 'ਚ ਕਰ ਚੱਲਦੇ। ਪਰ ਨਹੀਂ, ਇਹਨਾਂ ਨੇ ਜੋ ਗੁਜਰਾਤ ਵਾਲਾ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਸਾਹਿਬ ਦੀ ਇੱਕ ਤਸਵੀਰ ਬਣੀ ਹੋਈ ਸੀ ਨਾ, ਵੀ ਇਹ ਦੰਗੇ ਕਰਾਉਣ ਨੂੰ ਜਾਂ ਹਿੰਸਾ ਕਰਾਉਣ ਨੂੰ ਇਹ ਪ੍ਰਮੋਟ ਕਰਦੇ, ਉਹ ਇਹਨਾਂ ਨੇ ਆਪਣਾ ਦਾਗ ਧੋਏ ਨਹੀਂ, ਸਗੋਂ ਇਹਨੂੰ ਵਧਾਉਂਦੇ ਹੀ ਜਾ ਰਹੇ ਹੈਗੇ। ਮਤਲਬ ਇਹ ਹੁਣ ਦੇਖੋ ਪੂਰੇ ਦੇਸ਼ 'ਚ ਅਰਾਜਕਤਾ ਫੈਲਾ ਦੇਣੀ ਇਹਨਾਂ ਨੇ ਇਹ ਹਾਲਾਤ। ਮਤਲਬ ਤੁਸੀਂ ਕਿਸਾਨਾਂ ਨੂੰ ਕੀ ਪਾਕਿਸਤਾਨ ਸਮਝ ਲਿਆ ਵੀ ਪਾਕਿਸਤਾਨੀਆਂ ਵਾਂਗੂ ਟਰੀਟ ਕਰੋਗੇ? ਇਸ ਕਰਕੇ ਦੇਖੋ, ਇਹ ਜਿਵੇਂ ਪਹਿਲਾਂ ਰਾਜਾਸ਼ਾਹੀ ਕਾਨੂੰਨ ਹੁੰਦਾ, ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਸਾਡੀ ਪਾਰਟੀ ਨੇ ਵੀ ਰਾਜੇ ਹਾਥੀਆਂ ਨਾਲ ਕੁਚਲਦੇ ਹੁੰਦੇ ਸੀਗੇ, ਫਿਰ ਅੰਗਰੇਜ਼ ਆ ਕੇ ਘੋੜਿਆਂ ਨਾਲ ਦਰੜਦੇ ਹੁੰਦੇ ਸੀਗੇ, ਹੁਣ ਇਹ ਕਾਰਾਂ ਨਾਲ ਕੁਚਲਣ ਲੱਗ ਗਏ ਸਾਡੇ ਕਿਸਾਨਾਂ ਨੂੰ। ਮਤਲਬ ਜਿਹੜਾ ਆਵਾਜ਼ ਚੱਕੂਗਾ ਉਹਨੂੰ ਇਹੋ ਜਿਹਾ ਹਸ਼ਰ ਕਰਨਗੇ, ਇਹ ਡਰਾ ਕੇ ਵੋਟਾਂ ਲੈਣੀਆਂ ਚਾਹੁੰਦੇ। ਐਦਾਂ ਨਹੀਂ ਹੋਣਾ। ਲੋਕਤੰਤਰ ਹੈ, ਲੋਕਤੰਤਰ 'ਚ ਲੋਕ ਵੱਡੇ ਹੁੰਦੇ, ਤੁਸੀਂ ਸਮਝਦੇ ਕਿਉਂ ਨਹੀਂ ਹੈਗੇ? ਬੀਜੇਪੀ ਵਾਲਿਓ, ਅਕਲ ਨੂੰ ਹੱਥ ਮਾਰੋ। ਕਿੱਥੇ ਤੁਹਾਡੀ ਅਕਲ? ਤੁਸੀਂ ਲੋਕਾਂ ਕੋਲ ਜਾਣਾ ਹੈ, ਬਾਈ ਤੁਹਾਡੇ ਸਾਹਮਣੇ 24 ਫੇਰ ਆਇਆ ਖੜਿਆ, ਤੁਸੀਂ ਕਰ ਕੀ ਰਹੇ ਹੈਗੇ? ਐਦਾਂ ਨਹੀਂ, ਤੁਹਾਨੂੰ ਲੋਕਾਂ ਨੇ ਹਾਰ ਨਹੀਂ ਪਾਉਣੇ, ਫਿਰ ਤੁਸੀਂ ਕਹਿੰਦੇ ਸਾਡੇ ਕੱਪੜੇ ਪਾੜਦੇ, ਸਾਡੇ ਉਹ ਐਕਸ਼ਨ ਦਾ ਰਿਐਕਸ਼ਨ ਹੁੰਦਾ। ਇਹ ਅਜੇ ਮਿਸ਼ਰਾ ਇਹਨੇ ਕੀ ਕਿਹਾ ਸੀ? ਚੈਲੰਜ ਦਿੱਤਾ ਸੀ। ਆ ਜਿਹੜੀ ਘਟਨਾ ਹੋਈ ਹੈ, ਅਜੇ ਮਿਸ਼ਰਾ ਦਾ ਲੈਕਚਰ ਦੇਖ ਚੱਕ ਲਓ ਤੁਸੀਂ। ਇਹ ਕਹਿੰਦਾ ਵੀ ਮੈਂ ਲਖੀਮਪੁਰ ਖੀਰੀ ਛੁਡਾ ਦੂੰਗਾ ਇਹਨਾਂ ਨੂੰ, ਜੇ ਮੈਂ ਆਪਣਾ ਕਹਿੰਦਾ ਬੰਦਿਆਂ ਨੂੰ ਕਹਿ ਇਹ ਗੱਲ, ਕਹਿੰਦਾ ਗੱਲਾਂ ਕੀ ਕਰਦੇ। ਜਦ ਉਹਨਾਂ ਨੇ ਚੈਲੰਜ ਕਬੂਲ ਕਰ ਲਿਆ ਕਿਸਾਨਾਂ ਨੇ, ਉਹ ਉੱਥੇ ਇਕੱਠੇ ਹੋਏ, ਫਿਰ ਇਹਨਾਂ ਦਾ ਉੱਥੇ ਹੈਲੀਕਾਪਟਰ ਉਤਰ ਨਹੀਂ ਸਕਿਆ, ਫਿਰ ਉਹਦੇ ਗੁੱਸੇ 'ਚ ਇਹਨਾਂ ਨੇ ਇਹ ਕਾਂਡ ਕੀਤਾ। ਐਕਸ਼ਨ ਦਾ ਰਿਐਕਸ਼ਨ ਹੋਇਆ। ਇਹ ਪਹਿਲਾਂ ਸ਼ੁਰੂਆਤ ਇਹਨਾਂ ਦੇ ਜਿਹੜਾ ਹੈਗਾ ਗ੍ਰਹਿ ਮੰਤਰੀ ਰਾਜ ਮੰਤਰੀ ਹੈ, ਉਹਨੇ ਕੀਤਾ ਹੈ, ਚੈਲੰਜ ਦਿੱਤਾ ਹੈ ਪਹਿਲਾਂ ਕਿਸਾਨਾਂ ਨੂੰ, ਫਿਰ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੀ ਹੈ। ਹਾਂਜੀ ਸੋਈ ਸਾਹਿਬ, ਹੁਣ ਤੇ ਬਾਅਦ ਤਾਂ ਫਿਰ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਓ। ਠੀਕ ਹੈ, ਕਿਉਂਕਿ ਜਿਹੜੀ ਕੱਲ ਘਟਨਾ ਹੋਈ ਹੈ ਉਸਨੇ ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਆਗੂਆਂ ਦੀ ਥੋੜੀ ਸਿਆਣਪ ਰਹੀ ਹੈ ਕਿ ਇਸ ਨੂੰ ਨਜਿੱਠ ਲਿਆ, ਇਸ ਪੂਰੇ ਮਸਲੇ ਨੂੰ। ਜੇਕਰ ਅਜਿਹੀ ਹਿੰਸਾ ਦਾ ਦੌਰ ਕਦੋਂ ਸ਼ੁਰੂ ਹੁੰਦਾ ਹੈ ਤਾਂ ਫਿਰ ਇਹ ਕਿੱਥੇ ਕਿੱਥੇ ਤੱਕ ਜਾ ਸਕਦਾ ਹੈ, ਇਹ ਜਲਦੀ ਸਮਝਿਆ ਨਹੀਂ ਜਾ ਸਕਦਾ। ਪੰਗੂ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ? ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਹੁਣ ਅੱਗੇ ਦੀ ਰਣਨੀਤੀ ਕੀ ਹੈ, ਕਿਉਂਕਿ ਕਿਸਾਨ ਭਾਈਚਾਰੇ ਦੇ ਵਿੱਚ ਬੜਾ ਗੁੱਸਾ ਹੈ ਕਿਸਾਨ ਭਾਈਚਾਰੇ ਦੇ ਵਿੱਚ ਕਿ ਇਸ ਪੂਰੇ ਮਸਲੇ ਨੂੰ ਕਿਵੇਂ ਨਿਪਟਿਆ ਜਾਏਗਾ, ਕਿਵੇਂ ਹੈਂਡਲ ਕੀਤਾ ਜਾਏਗਾ, ਇਸ ਦਾ ਅੰਦੋਲਨ ਤੇ ਕੋਈ ਫਰਕ ਤਾਂ ਨਹੀਂ ਪਏਗਾ? ਜੋ ਸ਼ਾਂਤਮਈ ਤਰੀਕੇ ਨਾਲ ਤੁਹਾਡਾ ਅੰਦੋਲਨ ਚੱਲ ਰਿਹਾ ਉਸ ਤੇ ਕੋਈ ਫਰਕ ਤਾਂ ਨਹੀਂ ਪਏਗਾ? ਹਰਪ੍ਰੀਤ ਜੀ, ਯੂ ਫੁਲੀ ਨੋ ਇਟ ਕਿ ਜਦੋਂ ਦਾ ਮੋਰਚਾ ਚੱਲਦਾ ਹੈ ਪਿਛਲੇ 1 ਸਾਲ ਤੋਂ, ਕਿਸਾਨ ਬਹੁਤ ਜ਼ਾਬਤੇ ਦੇ ਵਿੱਚ ਨੇ, ਬਹੁਤ ਸੰਜਮ ਦੇ ਵਿੱਚ ਨੇ, ਔਰ ਬੜਾ ਸਬਰ ਹੈ ਉਹਨਾਂ ਦੇ ਵਿੱਚ। ਜੇ ਸਬਰ ਨਾ ਹੁੰਦਾ ਐਡਾ ਵੱਡਾ ਮੋਰਚਾ ਹੋ ਨਹੀਂ ਸੀ ਸਕਦਾ। ਸਰਕਾਰ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਸਾਡੇ ਪਰ ਮੁਕੱਦਮੇ ਦਰਜ ਕਰਨੇ, ਸਾਨੂੰ ਹਰਿਆਣੇ ਦੇ ਵਿੱਚ ਪਾਣੀ ਦੀ ਬਚਾਉਣਾ, ਸੜਕਾਂ ਘੇਰ ਕੇ, ਟਿੱਪਰ ਲਾ ਕੇ, ਸੜਕਾਂ ਪੱਟ ਕੇ, ਰੇਤੇ ਦੇ ਢੇਰ ਲਾ ਕੇ, ਵਾਟਰ ਕੈਨਨ ਨਾਲ, ਥਰੂ ਗੈਸ ਨਾਲ, ਕੋਈ ਕਸਰ ਨਹੀਂ ਛੱਡੀ। ਦਿੱਲੀ ਦੇ ਬਾਰਡਰ ਸਾਡੇ ਨਾਲ ਕਸਰ ਨਹੀਂ ਰਹੀ ਹੁਣ ਤੱਕ। ਸਿੰਘੂ ਹੋਵੇ, ਟਿਕਰੀ ਹੋਵੇ, ਸਾਡੇ ਦਾ ਸਾਰੇ ਜੋ ਸੰਯੁਕਤ ਮੋਰਚੇ ਦੇ ਅਸੀਂ ਆਗੂ ਹਾਂ 40, ਸਾਰਿਆਂ ਦੇ ਖਿਲਾਫ 5-5 FIR ਨੇ 307 ਵਰਗੇ ਕੇਸਾਂ ਦੇ ਵਿੱਚ, ਔਰ ਹਰਿਆਣੇ ਜੋ 1500 ਲੋਕਾਂ ਦੇ ਖਿਲਾਫ ਕੇਸ ਦਰਜ ਕੀਤੇ ਨੇ। ਸੜਕਾਂ ਦੇ ਸਰੀਏ ਗੱਡੇ ਨੇ, ਬੈਰੀਕੇਡ ਲਾਏ ਹੋਏ ਹੈ, ਔਰ ਉੱਥੇ ਹਰ ਰੋਜ਼ ਭਾਨ ਤੋਂ ਭਾਨ ਦੀ ਨਵੀਂ ਜਿਹੜੀ ਸਾਜ਼ਿਸ਼ ਰਚੀ ਜਾ ਰਹੀ ਹੈ। ਬਹੁਤ ਵਾਰੀ ਦਾ ਸਾਨੂੰ ਕਹਿੰਦੇ ਇਹ ਤਾਂ ਖਾਲਿਸਤਾਨੀ ਬੈਠੇ ਨੇ, ਇਹਦਾ ਕਿਸਾਨ ਹੈ ਹੀ ਨਹੀਂ, ਇਹਦਾ ਖਾਲਿਸਤਾਨੀ ਚਾਹੁੰਦੇ ਨੇ ਇੱਥੇ, ਇਹਦਾ ਕੇਸਰੀ ਝੰਡੇ ਲਹਿਰਾ ਰਹੇ ਨੇ। ਉਹ ਵੀ ਗੱਲ ਫੇਲ ਹੋਈ ਸਰਕਾਰ ਦੀ। ਫਿਰ ਕਹਿੰਦੇ ਜੀ ਇਹ ਤਾਂ ਸਾਰੇ ਨੈਕਸਲਾਈਟ ਬੈਠੇ ਨੇ, ਉਹ ਵੀ ਫੇਲ ਹੋਈ। ਫਿਰ ਕਹਿੰਦੇ ਸਾਰੇ ਵਿਦੇਸ਼ਾਂ ਤੋਂ ਪੈਸਾ ਆ ਕੇ ਮੋਰਚਾ ਚਲਾ ਰਹੇ ਹੈ, ਉਹ ਵੀ ਫੇਲ ਹੋਈ। ਤੁਸੀਂ ਦੱਸੋ ਤਾਂ ਸਹੀ ਕਿ ਸਰਕਾਰ ਨੇ ਅੱਜ ਤੱਕ ਕਿਹੜੀ ਚਾਲ ਨਹੀਂ ਚੱਲੀ, ਪਰ ਸਾਰੀਆਂ ਫੇਲ ਹੋਈਆਂ ਕਿ ਨਹੀਂ ਹੋਈਆਂ? ਕਿਸਾਨ ਸਬਰ ਦੇ ਵਿੱਚ ਰਹੇ, ਜ਼ਾਬਤੇ ਦੇ ਵਿੱਚ ਰਹੇ, ਮੋਰਚਾ ਅੱਗੇ ਵਧ ਰਿਹਾ ਹੈ। ਮੋਰਚਾ ਅੱਜ ਪੀਕ ਤੇ ਹੈ,
ਸਰਕਾਰ ਘਬਰਾਈ ਕਿਉਂ ਹੈ? 27 ਤਰੀਕ ਨੂੰ ਭਾਰਤ ਬੰਦ ਹੋਇਆ ਜੀ ਔਰ ਭਾਰਤ ਬੰਦ ਦੇ ਤੁਸੀਂ ਟਾਈਮ ਦੇਖਿਆ ਹੈ ਕਿ ਲੈ ਕੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੇਸ਼ ਦੇ 25 ਸੂਬਿਆਂ ਦੇ ਵਿੱਚ ਨਾਟ ਓਨਲੀ ਫਾਰਮਰਸ ਬਟ ਸਾਰੇ ਵਰਕਰਸ, ਵਿਦਿਆਰਥੀ, ਨੌਜਵਾਨ, ਦੁਕਾਨਦਾਰ, ਛੋਟਾ ਕੰਮ ਕਰਨ ਵਾਲੇ, ਠੀਕ ਹੈ ਆਰਗੇਨਾਈਜ਼ਡ ਸੋਈ ਸਾਹਿਬ ਤੋਂ ਸੈਕਟਰ, ਲੈਣੇ ਅਨਆਰਗੇਨਾਈਜ਼ਡ ਸੈਕਟਰ, ਸੋਈ ਉਹ ਸਾਹਿਬ ਸਾਰੇ ਖੁੱਲ ਕੇ ਸੜਕਾਂ ਦੇ ਕਰਨੇ ਕੀ ਘਬਰਾਹਟ ਦਾ ਨਤੀਜਾ ਉਹ ਸਾਰੇ ਸੜਕਾਂ ਦੇ ਉੱਪਰ ਸਰਕਾਰ ਕਿਉਂ ਆਏ? ਘਬਰਾਈ ਹੋਈ ਹੈ ਅੱਜ ਕਿਉਂਕਿ ਕਿਸਾਨੀ ਅੰਦੋਲਨ ਅੱਜ ਇੱਕ ਸਵਾਲ ਵਾਰ ਫਿਰ ਤੋਂ ਲੈਣਾ ਪੂਰੇ ਪੀਕ ਤੇ ਹੈ। ਅੱਜ ਸਵਾਲ ਕੇਵਲ ਖੇਤੀ ਕਾਨੂੰਨਾਂ ਦਾ ਨਹੀਂ, ਪੰਗੂ ਸਾਹਿਬ ਮੈਂ ਲੈਣਾ ਭਾਰਤ ਬੰਦ ਨੇ ਸਾਬਤ ਕਰ ਦਿੱਤਾ ਹੈ ਹਾਂਜੀ ਸੋਈ ਕਿ ਸਾਹਿਬ ਅੱਜ ਖੇਤੀ ਕਾਨੂੰਨ ਤਾਂ ਰੱਦ ਕਰਨੇ ਹੀ ਕਰਨੇ ਨੇ, ਪਰ ਭਾਰਤੀ ਜਨਤਾ ਪਾਰਟੀ ਵੱਲੋਂ ਚਲਾਈ ਜਾ ਰਹੀ ਦੇਸ਼ ਵਿਰੋਧੀ ਤੇ ਲੋਕ ਵਿਰੋਧੀ ਜਿਹੜੀ ਨੀਤੀ ਹੈ, ਸਾਮਰਾਜੀ ਵਿਸ਼ਵੀਕਰਨ ਦੀ, ਕਾਰਪੋਰੇਟ ਘਰਾਣਿਆਂ ਨੂੰ ਸਾਹਿਬ ਚੁੱਪ ਕਰ ਜਾਓ, ਬੋਲ ਲੈਣ ਦਿਓ। ਸੁਣਿਆ ਤੁਹਾਡੀ ਗੱਲਾਂ ਸਾਰੀਆਂ। ਹਾਂਜੀ ਸੋਈ ਸਾਹਿਬ ਬੋਲੋ। ਮਜ਼ਦੂਰਾਂ ਨੂੰ ਬਰਬਾਦ ਕਰਨ ਦੀ ਅੱਜ ਲੋਕ ਉਸ ਨੀਤੀ ਦੇ ਖਿਲਾਫ ਖੜੇ ਨੇ। ਦੇਖੋ ਅੱਜ ਲੜਾਈ ਉਸ ਨੀਤੀ ਦੇ ਪੈਨਲਿਸਟ ਭਰਾ ਨੇ ਮੇਰੇ ਔਰ ਦੇਸ਼ ਸਾਰਾ ਸੜਕਾਂ ਦੇ ਉੱਪਰ ਹੈ। ਇਹ ਬੀਜੇਪੀ ਇਹਨਾਂ ਨੂੰ ਆਪਣੀ ਸਟੇਜਾਂ ਤੇ ਭਾਸ਼ਣ ਕਰ ਲਿਆ ਕਰੋ, ਜ਼ਿਆਦਾ ਕਰਦੇ ਰਹਿੰਦੇ ਨੇ। ਸਿਆਸੀ ਮੈਦਾਨ ਖੁੱਸਦਾ ਜਾ ਸਾਹਿਬ ਰਿਹਾ ਕੀ ਕਰਕੇ ਹੈ। ਇਹ ਸਾਰੀਆਂ ਘਟਨਾਵਾਂ ਉਸ ਦਾ ਸਿੱਟਾ ਹੈ। ਤੁਹਾਡੇ ਸਾਹਮਣੇ ਜੋ ਕੁਝ ਕਰ ਰਹੀ ਹੈ, ਅੱਗੇ ਨੂੰ ਵੀ ਆਊਗਾ ਤਾਂ ਕਿਸਾਨ ਸ਼ਾਂਤਮਈ ਰਹਿ ਕੇ, ਡਿਸਪਲਿਨ 'ਚ ਰਹਿ ਕੇ ਇਸ ਦਾ ਟੱਕਰਾ ਕਰਨਗੇ। ਮੋਰਚਾ ਸ਼ਾਂਤਮਈ ਹੈ, ਸ਼ਾਂਤਮਈ ਹੁੰਦਾ ਹੋਇਆ ਚਲੋ ਠੀਕ ਹੈ, ਇੱਕ ਮਿੰਟ ਹੁਣ ਮੈਂ ਸੋਈ ਸਾਹਿਬ ਤੋਂ ਜਵਾਬ ਲੈ ਲਾਂ। ਹਾਂਜੀ ਸੋਈ ਸਾਹਿਬ ਇਸੇ ਸਰਕਾਰ ਨੂੰ ਰੱਦ ਕਰਨੇ ਪੈਣੇ ਨੇ, ਮੋਰਚਾ ਬੰਦੀਆਂ ਦੇ ਉੱਪਰ ਹੈ ਜੀ। ਹਰਪ੍ਰੀਤ ਜੀ, ਜਦੋਂ ਤੁਸੀਂ ਸਾਰਿਆਂ ਕੋਲੋਂ ਰਿਐਕਸ਼ਨ ਲਏ ਨੇ ਤੇ ਇੱਕੋ ਸਿਰ ਦੇ ਵਿੱਚ, ਚਾਹੇ ਉਹ ਕਾਂਗਰਸ ਪਾਰਟੀ ਹੋਵੇ, ਚਾਹੇ ਅਕਾਲੀ ਹੋਣ, ਚਾਹੇ ਆਮ ਆਦਮੀ ਪਾਰਟੀ ਹੋਵੇ, ਸਾਰਿਆਂ ਨੇ ਭੜਕਾਉਣ ਵਾਲੇ ਬਿਆਨ ਦਿੱਤੇ ਨੇ। ਇੰਦਾ ਲੱਗਦਾ ਹੈਗਾ ਕਿ ਜਿੱਦਾਂ ਕੋਈ ਇਹਨਾਂ ਨੂੰ ਸਿੰਪਥੀ ਘੱਟ ਹੈਗੀ ਹੈ ਕਿਸਾਨਾਂ ਦੇ ਨਾਲ, ਜਾਂ ਬੀਜੇਪੀ ਵਰਕਰ ਜਿਹੜੇ ਮਰੇ ਨੇ, ਇਹਨਾਂ ਨੂੰ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਦੀ ਜ਼ਿਆਦਾ ਪਈ ਹੋਈ ਹੈ। ਇਹਨਾਂ ਨੂੰ ਉਹ ਸੂਟ ਕਰਦਾ ਹੈਗਾ ਕਿ ਜਿੰਨੀ ਜ਼ਿਆਦਾ ਵਾਇਲੈਂਸ ਹੋਵੇ, ਜਿੰਨਾ ਜ਼ਿਆਦਾ ਕਲੇਸ਼ਖਾਨਾ ਪਵੇ, ਜਿੰਨਾ ਜ਼ਿਆਦਾ ਵੱਡਾ ਅੰਦੋਲਨ ਚੱਲਦਾ ਰਹੇ, ਤੇ ਆ ਪਾਰਟੀਆਂ ਨੂੰ ਸੂਟ ਕਰਦਾ। ਕਿਉਂ ਸੂਟ ਕਰਦਾ? ਇਹਨਾਂ ਨੇ ਕੋਈ ਐਫਰਟ ਕੀਤੀ ਕਿ ਅੰਦੋਲਨ ਨੂੰ ਜਾ ਕੇ ਠੀਕ ਕਰਾ ਕੇ ਤੇ ਸਮਝਾ ਬੁਝਾ ਕੇ ਕਿਸਾਨਾਂ ਦੇ ਨਾਲ ਸਰਕਾਰ ਦੀ ਮੁਲਾਕਾਤ ਕਰਾਈ ਜਾਵੇ। ਕੈਪਟਨ ਅਮਰਿੰਦਰ ਸਿੰਘ ਜਿੰਨੀ ਦੇਰ ਸਰਕਾਰ 'ਚ ਰਿਹਾ ਉਨੀ ਦੇਰ ਤੇ ਗਿਆ ਨਹੀਂ ਮਿਲਣ, ਉਸ ਤੋਂ ਬਾਅਦ ਜਾ ਕੇ ਮਿਲਣਾ ਸ਼ੁਰੂ ਕਰਤਾ ਇਹਨਾਂ ਨੇ ਸਾਡੀ ਪਾਰਟੀ ਦੇ ਲੀਡਰਸ ਨੂੰ। ਦੇਖੋ, ਨਾ ਕਦੀ ਅਕਾਲੀ ਦਲ ਨੇ ਐਫਰਟ ਕੀਤੀ, ਨਾ ਕਦੀ ਕਾਂਗਰਸ ਨੇ ਕੀਤੀ, ਨਾ ਕਦੀ ਆਮ ਆਦਮੀ ਪਾਰਟੀ ਨੇ ਕੀਤੀ, ਚਾਹੇ ਕਿ ਇਹਨਾਂ ਦੀ ਸਰਕਾਰ ਆ ਦਿੱਲੀ ਦੇ ਵਿੱਚ। ਇਹਨਾਂ ਨੂੰ ਆ ਸੂਟ ਕਰਦਾ ਹੈ। ਆ ਇਦਾਂ ਦੀਆਂ ਭੜਕਾਊ ਭਾਸ਼ਣ ਦਿੰਦੇ ਰਹਿਣਗੇ। ਜਿੱਥੋਂ ਤੱਕ ਆ ਇਨਸੀਡੈਂਟ ਹੋਇਆ, ਮੈਂ ਬਾਰ-ਬਾਰ ਕਹਿਣਾ ਕਿ ਬੜਾ ਮਾੜਾ ਇਨਸੀਡੈਂਟ ਹੋਇਆ। ਆ ਇਨਸੀਡੈਂਟ ਨਹੀਂ ਸੀ ਹੋਣਾ ਚਾਹੀਦਾ। We should wait for the judicial probe। ਉਸ ਤੋਂ ਬਾਅਦ ਨਿਕਲੇਗਾ ਕਿ ਆ ਇਨਸੀਡੈਂਟ ਕਿਉਂ ਹੋਇਆ ਹੈਗਾ। ਅਜੇ ਤੱਕ ਸਰਕਾਰ ਸਾਲ ਹੋ ਗਿਆ ਹੈ, ਸਾਡੇ ਕਿਸਾਨ ਵੀਰ ਜਿਹੜੇ ਦਿੱਲੀ ਦੀ ਬਰੂਹਾਂ ਤੇ ਬੈਠੇ ਨੇ 3 ਬਾਰਡਰਾਂ ਤੇ, ਅਜੇ ਤੱਕ ਉਹਨਾਂ ਨਾਲ ਕੋਈ ਇਦਾਂ ਦਾ ਇਨਸੀਡੈਂਟ ਨਹੀਂ ਹੋਇਆ। ਜੇ ਕੋਈ ਇਨਵੈਸਟੀਗੇਸ਼ਨ ਹੋਈ ਹੈ ਤੇ ਉਹਦਾ ਵੀ ਕੋਈ ਰਿਐਕਸ਼ਨ ਨਹੀਂ ਹੋਇਆ। ਚਾਹੇ ਉਹ ਦਿੱਲੀ ਲਾਲ ਕਿਲੇ ਦੇ ਅੰਦਰ ਵੜਨਾ ਹੋਵੇ, ਉੱਥੇ ਜਾ ਕੇ ਜਿੰਨੇ ਵੀ ਇਹਨਾਂ ਨੇ ਜਿਹੜੇ ਵੀ ਐਂਟੀ ਸੋਸ਼ਲ ਐਲੀਮੈਂਟ ਸੀਗੇ, ਉਹਨਾਂ ਨੇ ਕਿੱਦਾਂ ਕੁੱਟ-ਕੁੱਟ ਕੇ ਮਾਰੇ ਜਵਾਨਾਂ ਨੂੰ, ਲੇਕਿਨ ਉਹਦਾ ਵੀ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ। ਤੇ ਆਹ ਗੱਲ ਬਹੁਤ ਗਲਤ ਕਹਿਣੀ ਹੈ ਕਿਸਾਨ ਨੇ ਲੀਡਰਾਂ ਦਾ ਵੀ ਜੀ ਆ ਸਾਜ਼ਿਸ਼ ਹੈਗੀ। ਇਹਦੇ 'ਚ ਕੋਈ ਸਾਜ਼ਿਸ਼ ਨਹੀਂ ਹੈ, ਇੱਕ ਆਈਸੋਲੇਟਡ ਇਨਸੀਡੈਂਟ ਹੈਗਾ। ਪ੍ਰਧਾਨ ਮੰਤਰੀ ਮੋਦੀ ਹੁਣਾਂ ਵੀ ਕਿਹਾ, ਤੋਮਰ ਸਾਹਿਬ ਨੇ ਵੀ ਕਿਹਾ ਕਿ ਅਸੀਂ ਗੱਲਬਾਤ ਦੇ ਵਾਸਤੇ ਸਾਡੇ ਦਰਵਾਜ਼ੇ ਖੁੱਲੇ ਨੇ। ਸੁਪਰੀਮ ਕੋਰਟ ਇਸ ਵਕਤ ਇੰਟਰਵੀਨ ਕਰ ਰਹੀ ਹੈਗੀ ਹੈ ਕਿ ਜਦੋਂ 1.5 ਸਾਲ ਲਈ ਸਰਕਾਰ ਦੇ ਕਾਨੂੰਨ ਪਹਿਲਾਂ ਹੀ ਔਨ ਹੋਲਡ ਹੈਗੇ ਨੇ, ਤੇ ਵਾਈ ਯੂ ਆਰ ਐਜੀਟੇਟਿੰਗ, ਕਮ ਐਂਡ ਟਾਕ ਟੂ ਅਸ। ਸਾਡੇ ਨਾਲ ਗੱਲ ਕਰੋ, ਆ ਕੇ ਗੱਲ ਕਰਕੇ ਜਿਹੜਾ ਵੀ ਇਹਦਾ ਹੱਲ ਨਿਕਲਦਾ ਹੈਗਾ ਉਹਦਾ ਹੱਲ ਕੱਢੀਏ। ਆ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਚਾਹੇ ਕਿਸੇ ਦੇ ਵੀ ਹੋਵੇ, ਬੜੀ ਮੰਦਭਾਗੀ ਨੇ। ਜਿਹਦੇ ਘਰ ਦਾ ਜੀ ਚਲਿਆ ਜਾਂਦਾ ਉਹਨੂੰ ਪਤਾ ਲੱਗਦਾ। ਆ ਅਕਾਲੀ ਕਾਂਗਰਸ ਜਾਂ ਆਮ ਆਦਮੀ ਦੇ ਕਾਰਤੂਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਹਦੇ ਦੇ ਘਰ ਦੇ ਜੀ ਜਾ ਰਹੇ ਨੇ। ਜਦੋਂ 80 ਬੰਦੇ ਮਾਰੇ ਗਏ ਸੀਗੇ ਦੁਸ਼ਹਿਰੇ ਦੇ ਮੇਲੇ ਦੇ ਵਿੱਚ, ਮੇਰੀ ਗੱਲ ਸੁਣ ਲਓ, ਇਹ ਹੋਇਆ ਕਿਉਂ? ਇਹਦੇ ਪਿੱਛੇ ਕਾਰਨ ਦੇਖੋ, ਦੁਸ਼ਹਿਰੇ ਦੇ ਮੇਲੇ 'ਚ 80 ਬੰਦੇ ਮਾਰੇ ਗਏ ਸੀਗੇ। ਨਵਜੋਤ ਸਿੰਘ ਸਿੱਧੂ ਦੀ ਘਰਵਾਲੀ ਉੱਥੇ ਚੀਫ ਗੈਸਟ ਸੀਗੀ, ਤੇ ਉਦੋਂ ਇਨਸੀਡੈਂਟ ਸੀਗਾ। ਕਿਸੇ ਨੇ ਜਾਣਬੁੱਝ ਕੇ ਨਹੀਂ ਸੀ ਕੀਤਾ। ਆ ਵੀ ਕੋਈ ਸਾਜ਼ਿਸ਼ ਇਹਦੇ 'ਚ ਨਹੀਂ ਹੈਗੀ। ਤੇ ਇਹਦੇ ਵਿੱਚ ਬਿਲਕੁਲ ਇੱਕ ਇਨਸੀਡੈਂਟ ਹੋਇਆ, ਮੰਦਭਾਗਾ। ਪ੍ਰੋਬ 'ਚ ਪਤਾ ਲੱਗ ਜਾਏਗਾ ਕਿਉਂ ਹੋਇਆ, ਕਿੱਦਾਂ ਹੋਇਆ ਹੈਗਾ। ਲੇਕਿਨ ਸਾਡੇ ਕਿਸਾਨ ਵੀਰਾਂ ਨੂੰ ਵੀ ਆਪਣੇ ਆਪ ਨੂੰ, ਜਿੱਦਾਂ ਉਹਨਾਂ ਦੀ ਵੀਡੀਓ ਲੋਕ ਸਾਰੇ ਵਰਲਡ ਦੇ ਵਿੱਚ ਮਸ਼ਹੂਰ ਹੋ ਰਹੀ ਹੈ ਕਿ ਕਿੱਦਾਂ ਕਿਰਪਾਨਾਂ ਲਾਠੀਆਂ ਦੇ ਨਾਲ ਬੀਜੇਪੀ ਵਰਕਰਾਂ ਨੂੰ ਮਾਰਾ ਜਾ ਰਿਹਾ, ਉਹ ਵੀ ਗਲਤ ਹੈ। ਹਰਪ੍ਰੀਤ ਜੀ, ਉਹਨੂੰ ਵੀ ਗਲਤ ਕਹਿਣਾ ਸਿੱਖੋ, ਕਿਉਂਕਿ ਅਸੀਂ ਜੇ ਏਦਾਂ ਮਾਰ ਧਾਰ ਨੂੰ, ਅਸੀਂ ਜੇ ਕਤਲੇਆਮ ਨੂੰ ਗਲਤ ਨਹੀਂ ਕਵਾਂਗੇ ਤੇ ਸਾਨੂੰ ਸਾਡੀਆਂ ਪੀੜ੍ਹੀਆਂ ਮਾਫ ਨਹੀਂ ਕਰਨਗੀਆਂ। ਜਨਾਬ, ਪਹਿਲਾਂ ਤਸੀਮ ਸਾਹਿਬ ਨੂੰ ਕੋਨਾ ਇਹ ਗੱਲ, ਨਾਰਕੀ ਪੈਦਾ ਕਰ ਸੋਈ ਸਾਹਿਬ ਇਹ ਗੱਲ ਤਾਂ ਖੱਟੜ ਸਾਹਿਬ ਨੂੰ ਕਹੋ ਪਹਿਲਾਂ ਕਿ ਏਦਾਂ ਨਾ ਬੋਲਣ। ਉਹ ਖੱਟੜ ਸਾਹਿਬ ਆਪ ਕਰਨਗੇ, ਡਾਂਗਾ ਚੁੱਕ ਲਓ, ਆਪਣੇ ਗਰੁੱਪ ਬਣਾ ਲਓ, ਡਾਂਗ ਦਾ ਜਵਾਬ ਡਾਂਗ 'ਚ ਦਿਓ। ਤੁਸੀਂ ਪਹਿਲਾਂ ਸੀਐਮ ਸਾਹਿਬ ਨੂੰ ਸਮਝਾਓ। ਨਹੀਂ ਹਰਪ੍ਰੀਤ ਜੀ, ਜੇ ਤੁਹਾਨੂੰ ਮਾਰਨ ਆਊਗਾ ਤੇ ਤੁਸੀਂ ਉਹਨੂੰ ਹਾਰ ਪਾਓਗੇ। ਅੱਛਾ, ਮਤਲਬ ਇਹ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਸੋਈ ਸਾਹਿਬ।
ਮਤਲਬ ਖੁਦ ਮੰਨ ਰਹੇ ਹੋ ਤੁਸੀਂ ਨਹੀਂ ਕਿ ਜੇ ਤੁਹਾਨੂੰ ਕੋਈ ਕੀ ਕਰੀਏ ਮਤਲਬ ਹਰਪ੍ਰੀਤ ਜੀ ਭਾਰਤ ਵਿੱਚ ਤੁਹਾਨੂੰ ਲੋਕਤੰਤਰ ਨਾਮ ਦੀ ਸੋਈ ਸਾਹਿਬ ਭਾਰਤ ਵਿੱਚ ਲੋਕਤੰਤਰ ਨਾਮ ਦੀ ਕਾਨੂੰਨ ਨਾਮ ਦੀ ਪੁਲਿਸ ਨਾਮ ਦੀ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਸੀਐਮ ਸਾਹਿਬ ਇਹ ਕਹਿੰਦੇ ਨੇ ਕਿ ਜੇ ਤੁਹਾਨੂੰ ਕੋਈ ਡਾਂਗ ਮਾਰਦਾ ਤਾਂ ਤੁਸੀਂ ਡਾਂਗ ਮਾਰੋ। ਬੀਜੇਪੀ ਵਰਕਰਾਂ ਦਾ ਡੈਮੋਕ੍ਰੈਟਿਕ ਰਾਈਟ ਨਹੀਂ ਹੈ। ਮੈਂ ਤਾਂ ਕਹਿ ਰਿਹਾ ਸੋਈ ਸਾਹਿਬ ਫਿਰ ਪੁਲਿਸ ਦੀ ਲੋੜ ਹੀ ਕੀ ਹੈ? ਕੋਈ ਡੈਮੋਕ੍ਰੈਟਿਕ ਰਾਈਟ ਹੈਗਾ ਕਿ ਨਹੀਂ ਹੈਗਾ? ਫਿਰ ਪੁਲਿਸ ਦੀ ਲੋੜ ਨਹੀਂ ਆਪਾਂ ਨੂੰ, ਪੁਲਿਸ ਦੀ ਲੋੜ ਹੈ ਨਹੀਂ। ਸਾਨੂੰ ਘਰਾਂ 'ਚ ਬੰਦ ਕਰ ਦਿਓ। ਸੁਪਰੀਮ ਕੋਰਟ ਗਏ ਨਹੀਂ। ਪੰਜਾਬ ਪੁਲਿਸ ਨੇ ਸਾਡੇ ਸੋਈ ਸਾਹਿਬ ਜਦੋਂ ਤੁਸੀਂ ਆਪ ਜਸਟੀਫਾਈਡ ਕਰ ਰਹੇ ਹੋ ਕਿ ਸੀਐਮ ਸਾਹਿਬ ਕਹਿੰਦੇ ਨੇ ਕਿ ਡਾਂਗਾ ਚੁੱਕ ਲਓ, ਜੇ ਕੋਈ ਆਂਦਾ ਤਾਂ ਡਾਂਗਾ ਨਾ ਮਾਰੋ, ਜੇ ਖੁਦ ਹੀ ਤੁਸੀਂ ਜਸਟੀਫਾਈਡ ਕਰ ਰਹੇ ਹੋ ਫਿਰ ਤਾਂ ਪੁਲਿਸ ਪ੍ਰਸ਼ਾਸਨ ਕਾਨੂੰਨ ਅਦਾਲਤਾਂ ਦੀ ਕਿਸੇ ਦੀ ਲੋੜ ਨਹੀਂ। ਕਿਹਾ ਕਿ ਜੇ ਤੁਹਾਨੂੰ ਕੋਈ ਮਾਰਨ ਆਂਦਾ ਤੇ ਹਰਪ੍ਰੀਤ ਜੀ ਗੱਲ ਬਿਲਕੁਲ ਸਟੇਟ ਗੱਲ ਮੈਂ ਸੁਣਨਾ ਚਾਹਨਾ ਇੱਕ ਸੁਣਨਾ ਚਾਹਨਾ ਜੇ ਤੁਹਾਨੂੰ ਮਾਰਨ ਆਂਦਾ ਤੇ ਜੇ ਤੁਹਾਨੂੰ ਕੋਈ ਮਾਰਨ ਆਂਦਾ ਤਾਂ ਤੁਸੀਂ ਉਹਨੂੰ ਮਾਰੋ, ਇਹ ਸੀਐਮ ਸਾਹਿਬ ਕਹਿ ਰਹੇ ਨੇ, ਇਹ ਕਹਿਣਾ ਚਾਹੁੰਦੇ ਹੋ? ਜੇ ਸੀਐਮ ਸਾਹਿਬ ਕਹਿੰਦੇ ਵੀ ਤੁਸੀਂ ਆਪਣੇ ਇੱਕ ਗਰੁੱਪ ਬਣਾ ਲਓ, ਦੇਖੋ ਮੈਂ ਉਹਨਾਂ ਦੀ ਹੀ ਇਜ਼ ਦਾ ਸੀਐਮ ਆਈ ਕੈਨਟ ਕਮੈਂਟ ਔਨ ਹਿਸ ਚਲੋ ਠੀਕ ਸਰ, ਮੈਂ ਭਾਵਨਾ ਸਮਝ ਗਿਆ ਤੁਹਾਡੀ ਭਾਵਨਾ ਸਮਝ ਗਿਆ। ਹਾਂਜੀ ਕਲੀਅਰ ਸਾਹਿਬ ਆਪਾਂ ਜਿਹੜੀ ਗੱਲ ਸੋਈ ਸਾਹਿਬ ਨੇ ਕਹੀ ਹੈ ਕਿ ਹਰ ਚੀਜ਼ ਦੇ ਉੱਤੇ ਹਰ ਗੱਲ ਦੇ ਉੱਤੇ ਸਿਆਸਤ ਕਰਨੀ ਜ਼ਰੂਰੀ ਨਹੀਂ ਹੁੰਦੀ। ਤੁਸੀਂ ਵੀ ਕਹਿੰਦੇ ਹੋ ਲਖੀਮਪੁਰ ਜਾਵਾਂਗੇ, ਕਾਂਗਰਸ ਦੇ ਬੰਦੇ ਚਲੇ ਗਏ ਲਖੀਮਪੁਰ, ਆਮ ਆਦਮੀ ਪਾਰਟੀ ਦੇ ਬੰਦੇ ਵੀ ਕਹਿੰਦੇ ਲਖੀਮਪੁਰ, ਉੱਥੇ ਕਰਨ ਕੀ ਜਾਵਾਂਗੇ? ਸਿਰਫ ਸਿਆਸਤ। ਹਰਪ੍ਰੀਤ ਜੀ ਮੈਂ ਸਭ ਤੋਂ ਪਹਿਲਾਂ ਤਾਂ ਸੋਹੀ ਸਾਹਿਬ ਕਹਿੰਦੇ ਕਿ ਜੀ ਤੁਸੀਂ ਪਾਰਟੀਆਂ ਇਹ ਗੱਲ ਕਰਾਉਣ ਕਿਸਾਨਾਂ ਦੀ, ਮੈਂ ਇਹਨਾਂ ਨੂੰ ਸਿੱਧਾ ਪੁੱਛਣਾ ਚਾਹੁੰਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨਾਲ ਪਾਵਰਫੁਲ ਕੋਈ ਬੰਦਾ ਹੈ? ਤੁਸੀਂ ਗੱਲ ਕਿਉਂ ਨਹੀਂ ਕਰਦੇ? ਪ੍ਰਧਾਨ ਮੰਤਰੀ ਕਿਉਂ ਨਹੀਂ ਕਰਦੇ? ਕਿਸਾਨਾਂ ਨਾਲ ਕਿਉਂ ਨਹੀਂ ਬਹਿੰਦੇ? ਕਿਹਨੇ ਰੋਕਿਆ ਪ੍ਰਧਾਨ ਮੰਤਰੀ ਨੂੰ ਬੈਠਣ ਲਈ? ਔਰ ਜਿੱਥੇ ਤੱਕ ਸਵਾਲ ਹੈ ਸ਼੍ਰੋਮਣੀ ਅਕਾਲੀ ਦਲ ਦਾ, ਸੋਹੀ ਸਾਹਿਬ ਗੱਲ ਸੁਣ ਲਓ, ਸੋਹੀ ਸਾਹਿਬ ਗੱਲ ਸੁਣ ਲਓ। 17 ਸਤੰਬਰ ਨੂੰ ਸਵੇਰੇ 10 ਵਜੇ ਨੱਡਾ ਸਾਹਿਬ ਦੇ ਘਰੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਸਮਝਾਇਆ ਸੀ, ਸ਼੍ਰੋਮਣੀ ਅਕਾਲੀ ਦਲ ਨੇ ਸਮਝਾਇਆ ਸੀ ਵੀ ਸਿਲੈਕਟ ਕਮੇਟੀ ਨੂੰ ਭੇਜ ਦਿਓ, ਇਹ ਬਿੱਲ ਪਾਰਲੀਮੈਂਟ 'ਚ ਨਾ ਲੈ ਕੇ ਆਓ, ਨਹੀਂ ਸਾਨੂੰ ਵਿਰੋਧ ਕਰਨਾ ਪਊ, ਵੋਟ ਉਲਟ ਪਾਉਣੀ ਪਊ, ਭਾਈਵਾਲੀ ਛੱਡਣੀ ਪਊ, ਵਜ਼ੀਰੀ ਛੱਡਣੀ ਪਊ। ਕਹਿੰਦੇ ਨੱਡਾ ਸਾਹਿਬ ਆ ਕੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਇਹ ਗੱਲ ਨਹੀਂ ਕਹੀ। ਸੋ ਬੀਜੇਪੀ ਨੂੰ ਬਥੇਰਾ ਸਮਝਾਇਆ ਗਿਆ, ਪਰ ਸੱਤਾ ਦਾ ਨਸ਼ਾ, ਸੱਤਾ ਦੇ ਨਸ਼ੇ 'ਚ ਚੂਰ ਬੀਜੇਪੀ। ਔਰ ਜਿਹੜੀ ਗੱਲ ਖੱਟਰ ਸਾਹਿਬ ਕਹਿੰਦੇ ਨੇ, ਮੈਂ ਅੱਜ ਸੋਹੀ ਸਾਹਿਬ ਤੁਹਾਨੂੰ ਕਹਿਣਾ ਕਿ ਹਾਸੋਹੀਣੀ ਸਥਿਤੀ ਤੁਹਾਡੀ, ਹਾਸੋਹੀਣੀ ਸਥਿਤੀ ਖੱਟਰ ਸਾਹਿਬ ਦੀ। ਜੇ ਇੱਕ ਸੂਬੇ ਦਾ ਮੁੱਖ ਮੰਤਰੀ ਇਹ ਗੱਲ ਕਹਿ ਦੇ ਕਿ ਡਾਂਗਾ ਚੱਕ ਲਓ, ਇਹਦਾ ਮਤਲਬ ਲਾਅ ਐਂਡ ਆਰਡਰ ਸਿਚੁਏਸ਼ਨ ਤੁਹਾਡੇ ਬਸੋਂ ਬਾਹਰ ਹੈ। ਖੱਟਰ ਸਾਹਿਬ ਫੇਲ ਹੋ ਚੁੱਕੇ ਨੇ, ਸੋ ਮੁੱਖ ਮੰਤਰੀ ਦੇ ਤੌਰ ਤੇ ਅਸਤੀਫਾ ਦੇ ਦੇਣ। ਔਰ ਮੈਂ ਬਾਰ-ਬਾਰ ਹਰ ਚੈਨਲ ਤੇ ਕਹਿਣਾ ਕਿ ਬੀਜੇਪੀ ਸਰਕਾਰ ਇਸ ਦੇਸ਼ ਦੇ ਵਿੱਚ ਸਿਵਲ ਵਾਰ ਦਾ ਮਾਹੌਲ ਬਣਾ ਚੁੱਕੀ ਹੈ। ਤੁਸੀਂ ਪਹਿਲੀ ਪੀੜ੍ਹੀ 'ਚ ਚੜ ਚੁੱਕੇ ਹੋ। ਅਗਰ ਇੱਕ ਸਰਕਾਰ ਫੇਲ ਹੋ ਜੇ, ਤੁਹਾਡੇ ਮੁੱਖ ਮੰਤਰੀ ਦਾ ਹੈਲੀਕਾਪਟਰ ਨਾ ਉਤਰ ਦਿੱਤਾ ਜਾਵੇ ਹਰਿਆਣੇ 'ਚ ਜਿੱਥੇ ਤੁਹਾਡੀ ਸਰਕਾਰ ਹੈ, ਤਾਂ ਤੁਸੀਂ ਸਮਝ ਲਓ ਕਿ ਸਿਵਲ ਵਾਰ ਦਾ ਆਗਾਜ਼ ਹੋ ਚੁੱਕਿਆ ਹੈ। ਔਰ ਇੱਕ ਗੱਲ ਮੈਂ ਅੱਜ ਹੋਰ ਕਹਿਣੀ ਚਾਹੁੰਦਾ ਕਿ ਜਿਹੜੀ ਸਰਕਾਰ ਕਰੋਨਾ ਦੇ ਟਾਈਮ 'ਚ ਦੇਸ਼ ਦੇ ਲੋਕਾਂ ਦੀ ਜਾਨਾਂ ਦੀ ਪਰਵਾਹ ਨਾ ਕਰਦੀ ਹੋਵੇ ਔਰ ਉਹਦੇ ਬਾਵਜੂਦ ਆਪਣੀ ਜ਼ਿੰਦਗੀ ਅੜੀ ਰਵੇ, ਮੈਨੂੰ ਨਹੀਂ ਲੱਗਦਾ ਕਿ ਉਹਨੂੰ ਇਹ ਕਹਾਉਣ ਦਾ ਵੀ ਹੱਕ ਹੈ ਕਿ ਅਸੀਂ ਡੈਮੋਕ੍ਰੈਟਿਕ ਸਰਕਾਰ ਆ। ਸੋ ਸੋਹੀ ਸਾਹਿਬ ਮੈਨੂੰ ਲੱਗਦਾ ਵੀ ਸ਼ਰਮਨਾਕ ਬਿਆਨ ਨੇ ਤੁਹਾਡੇ, ਸ਼ਰਮਨਾਕ ਕਾਰੇ ਨੇ ਬੀਜੇਪੀ ਦੇ, ਔਰ ਸ਼ਰਮਨਾਕ ਤੁਸੀਂ ਸ਼ਰਮਸਾਰ ਕਰ ਰਹੇ ਹੋ ਕਿ ਦੇਸ਼ ਨੂੰ ਤੁਸੀਂ ਕਹਿੰਦੇ ਹੋ ਕਿ ਸਭ ਤੋਂ ਵੱਡਾ ਲੋਕਤੰਤਰ ਹੈ ਭਾਰਤ, ਪਰ ਅੱਜ ਉਹਨੇ ਡੈਮੋਕ੍ਰੇਸੀ ਵਾਲੀ ਕੋਈ ਗੱਲ ਨਹੀਂ ਹੈਗੀ। ਠੀਕ ਹੈ, ਇੱਕ ਮਿੰਟ ਆ ਗਿਆ ਮੈਂ ਇਕਬਾਲ ਸਿੰਘ ਹੋਰਾਂ ਤੋਂ ਵੀ ਰਿਐਕਸ਼ਨ ਲੈਣਾ। ਇਕਬਾਲ ਸਿੰਘ ਜੀ, ਹੁਣ ਇਹ ਜਿਹੜਾ ਸਭ ਕੁਝ ਹੋ ਰਿਹਾ ਇਸ ਦਾ ਖਮਿਆਜ਼ਾ ਅਸੀਂ ਜਿੰਨਾ ਮਰਜ਼ੀ ਡਿਨਾਈ ਕਰਦੇ ਰਹੀਏ, ਇਸ ਦਾ ਖਮਿਆਜ਼ਾ ਤਾਂ ਪੰਜਾਬ ਨੂੰ ਪ੍ਰਮੁੱਖ ਤੌਰ ਤੇ ਭੁਗਤਣਾ ਹੀ ਪੈ ਰਿਹਾ। ਹੁਣ ਤੱਕ ਜਿੰਨੀਆਂ ਵੀ ਮੌਤਾਂ ਹੋਈਆਂ ਨੇ ਉਹਨਾਂ ਮੌਤਾਂ ਦੇ ਵਿੱਚ ਸਭ ਤੋਂ ਵੱਧ ਗਿਣਤੀ ਪੰਜਾਬ ਦੇ ਲੋਕਾਂ ਦੀ ਰਹੀ ਹੈ, ਕਿਸਾਨਾਂ ਦੀ ਰਹੀ ਹੈ। ਹੁਣ ਇਹਦਾ ਕਿਤੇ ਨਾ ਕਿਤੇ ਜਾ ਕੇ ਤਾਂ ਫੁੱਲ ਸਟਾਪ ਲੱਗੇਗਾ। ਕਿੱਥੇ ਲੱਗੇਗਾ? ਹੁਣੇ ਤੁਹਾਡੇ ਸਾਹਮਣੇ ਸੋਹੀ ਸਾਹਿਬ ਕਹਿ ਰਹੇ ਨੇ ਗੱਲਬਾਤ ਕਰਨ ਲਈ ਅਸੀਂ ਤਿਆਰ ਹਾਂ, ਇਹ ਕਹਿ ਰਹੇ ਨੇ ਕਿ ਹੋਲਡ ਹੋ ਚੁੱਕੇ ਨੇ ਕਾਨੂੰਨ, ਫਿਰ ਵੀ ਐਜੀਟੇਸ਼ਨ ਕਿਉਂ ਹੈ? ਫਿਰ ਇਹ ਸਾਰੀਆਂ ਚੀਜ਼ਾਂ ਸਿਮਟਣਗੀਆਂ ਕਿਵੇਂ? ਕਿਸ ਦੇ ਹੱਥ ਹੈ? ਕਿ ਤੁਹਾਨੂੰ ਲੱਗਦਾ ਕਿ ਗੇਂਦ ਹੁਣ ਕਿਸਾਨਾਂ ਦੇ ਪਾਲੇ 'ਚ ਹੈ ਜਾਂ ਸਰਕਾਰ ਦੇ ਪਾਲੇ 'ਚ? ਪੰਗੂ ਸਾਹਿਬ ਇੱਕ ਮਿੰਟ ਆਉਣਾ ਮੈਂ ਤੁਹਾਡੇ ਕੋਲ ਵੀ। ਹਰਪ੍ਰੀਤ ਜੀ, ਹੁਣ ਜੀ ਸੋਈ ਸਾਹਿਬ ਕਹਿ ਕੇ ਹਟੇ ਵੀ ਕੈਪਟਨ ਸਾਹਿਬ ਜਦੋਂ ਗੱਦੀ ਤੋਂ ਥੱਲੇ ਉਤਰੇ ਪਹੁੰਚ ਗਏ ਉੱਥੇ ਅਮਿਤ ਸ਼ਾਹ ਨੂੰ ਮਿਲਣ, ਉਹ ਕੈਪਟਨ ਸਾਹਿਬ ਤੋਂ ਹੀ ਸਿੱਖ ਲਓ ਤੁਸੀਂ। ਕੈਪਟਨ ਸਾਹਿਬ ਵੀ ਇਦਾਂ ਹੀ ਕਰਦਾ ਹੁੰਦਾ ਸੀ ਜਦੋਂ ਸੱਤਾ ਤੇ ਸੀਗਾ, ਕੁਰਸੀ ਦਾ ਨਸ਼ਾ ਉਹਨੂੰ ਵੀ ਸੀਗਾ, ਉਹ ਵੀ ਕਹਿੰਦਾ ਦਿੱਲੀ ਜਾ ਕੇ ਕਰੋ ਅੰਦੋਲਨ, ਇੱਥੇ ਨਾ ਕਰੋ ਪੰਜਾਬ 'ਚ। ਜਦੋਂ ਕੁਰਸੀ ਤੋਂ ਥੱਲੇ ਉਤਰਿਆ ਕਿਸਾਨ ਯਾਦ ਆ ਕੇ ਚਲੇ ਗਿਆ ਮਿਲਣਾ ਵੀ ਬਿੱਲ ਵਾਪਸ ਕਰੋ। ਜਦੋਂ ਸੱਤਾ ਤੇ ਸੀਗਾ ਉਦੋਂ ਕਿਉਂ ਨਾ ਗਿਆ? ਗੱਲ ਇਹ ਤੁਹਾਨੂੰ ਵੀ ਉਹੀ ਤੁਹਾਡੇ ਤੇ ਵੀ ਢੁਕਦੀ ਹੈ, ਤੁਹਾਨੂੰ ਵੀ ਸੱਤਾ ਦਾ ਨਸ਼ਾ ਹੈ। ਯੂਪੀ 'ਚ ਇਲੈਕਸ਼ਨ ਦੇ 4-5 ਮਹੀਨੇ ਰਹਿ ਗਏ, ਜੇ ਹਾਰ ਗਏ ਮੋਦੀ ਸਾਹਿਬ ਨੂੰ ਕੁਰਸੀ ਛੱਡਣੀ ਪੈ ਸਕਦੀ ਹੈ।
ਇਸ ਕਰਕੇ ਤੁਹਾਨੂੰ ਵੀ ਤਾਂ ਸੱਤਾ ਦਾ ਨਸ਼ਾ ਨਹੀਂ ਰਹਿਣਾ ਚਾਹੀਦਾ। ਤੁਸੀਂ ਵੀ ਅੱਜ ਗੱਲ ਕਰ ਲਓ ਕਿਸਾਨਾਂ ਨਾਲ, ਵਕਤ ਰਹਿੰਦੇ ਗੱਲ ਕਰ ਲੈਣ ਤਾਂ ਚੰਗੇ ਰਹੋਗੇ, ਨਹੀਂ ਕੈਪਟਨ ਸਾਹਿਬ ਵਾਲੀ ਹਸ਼ਰ ਤੁਹਾਡਾ ਵੀ ਹੋਣਾ। ਇਸ ਕਰਕੇ ਇਹ ਚੀਜ਼ਾਂ ਤੋਂ ਸਿੱਖਿਆ ਕਰੋ, ਨਾ ਕਿ ਕਿਸੇ ਨੂੰ ਤਾਨੇ ਮਾਰੋ। ਨੰਬਰ 1 ਬਾਕੀ ਗੱਲਾਂ ਇਹ ਹੈਗੀਆਂ ਵੀ ਪੰਜਾਬ ਹੈ ਨਾ ਜਿਹੜਾ, ਇਹਨੂੰ ਇੰਨਾ ਸੌਖਾ ਨਾ ਤੁਸੀਂ ਸਮਝੋ। 6 ਮਹੀਨੇ ਪੰਜਾਬ ਇੱਥੇ ਬੈਠਾ ਰਿਹਾ, ਇਹਨਾਂ ਨੇ ਸੋਚਿਆ ਵੀ ਪੰਜਾਬ 'ਚ ਹੀ ਅੰਦੋਲਨ, ਸਾਨੂੰ ਕੀ ਫਰਕ ਪੈਂਦਾ। ਮੋਦੀ ਸਾਹਿਬ ਨੇ ਬਿਲਕੁਲ ਅੱਖਾਂ ਬੰਦ ਰੱਖੀਆਂ। ਜਦੋਂ ਪੰਜਾਬ ਚੜਿਆ ਫਿਰ ਦਿੱਲੀ ਵੱਲ ਨੂੰ, ਫਿਰ ਖੱਟੜ ਸਾਹਿਬ ਦਾ ਵੀ ਫੇਲ ਹੋ ਗਿਆ ਸਰਕਾਰਾਂ, ਤੇ ਮੋਦੀ ਸਾਹਿਬ ਨੂੰ ਕਿੱਲਾ ਗੱਡ ਕੇ ਉੱਥੇ ਬਾਰਡਰ ਬਣਾਉਣੇ ਪੈ ਗਏ, ਪਾਕਿਸਤਾਨ ਵਾਂਗੂ ਬਾਰਡਰ ਹੈ, ਤੇ ਦੁਨੀਆ 'ਚ ਅੰਦੋਲਨ ਫੈਲ ਗਿਆ। ਇਹ ਜਿਹੜੇ ਇਹ ਕਹਿੰਦੇ ਵੀ ਆਮ ਪਾਰਟੀ ਆ, ਅਕਾਲੀ ਦਲ ਆ, 1 2 3 ਜਿਹੜੀ ਵੀ ਪਾਰਟੀ ਜਾ ਕੇ ਉੱਥੇ ਗੱਲ ਕਰਦੀ, ਉਹ ਦੁਨੀਆ ਵਾਲਿਆਂ ਨੂੰ ਪਤਾ, ਮੋਦੀ ਸਾਹਿਬ ਨੂੰ ਪਤਾ ਹੀ ਨਹੀਂ ਅੰਦੋਲਨ ਚੱਲ ਰਿਹਾ ਮੇਰੇ ਬਾਰਡਰਾਂ ਤੇ। ਇਸ ਕਰਕੇ ਇਹ ਗੱਲਾਂ ਤੋਂ ਅੱਖਾਂ ਨਾ ਬੰਦ ਕਰੋ, ਇਹਦਾ ਸੋਲੂਸ਼ਨ ਲੱਭੋ, ਕਾਨੂੰਨ ਵਾਪਸ ਲਓ ਤੇ ਨਵਾਂ ਕਾਨੂੰਨ ਬਣਾਉਣ ਦੀ ਕਿਸਾਨਾਂ ਨਾਲ ਬੈਠਕ ਤਰੀਕ ਤੈਅ ਕਰੋ, ਤਾਂ ਜਾ ਕੇ ਮਸਲਾ ਹੱਲ ਹੋਣਾ, ਗੱਲਾਂ ਨਾਲ ਨਹੀਂ ਹੋਣਾ। ਇਸ ਕਰਕੇ ਮਜ਼ਾਕ ਛੱਡੋ, ਤੁਸੀਂ ਮਜ਼ਾਕ ਕਰ ਰਹੇ ਹੋ ਦੇਸ਼ ਨਾਲ, ਇਹ ਲੋਕਤੰਤਰ ਹੈਗਾ। ਠੀਕ ਹੈ ਸੰਧੂ ਸਾਹਿਬ, ਤੁਸੀਂ ਕੁਝ ਕਹਿਣਾ ਵੀ ਚਾਹੁੰਦੇ ਹੋ, ਔਰ ਹੁਣੇ ਤੁਹਾਡੇ ਸਾਹਮਣੇ ਹੀ ਬੀਜੇਪੀ ਦੇ ਬੁਲਾਰਿਆਂ ਨੇ ਵੀ ਕਿਹਾ ਕਿ ਤੁਹਾਡੇ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਕੁਝ ਲੋਕ ਅਜਿਹੇ ਨੇ ਜੋ ਅਰਾਜਕਤਾ ਫੈਲਾਉਣਾ ਚਾਹੁੰਦੇ ਨੇ, ਉਹਨਾਂ ਕਰਕੇ ਹੀ ਇਹ ਸਾਰਾ ਮਾਹੌਲ ਬਣ ਰਿਹਾ। ਹੋ ਸਕਦਾ ਲਖੀਮਪੁਰ ਦੇ ਵਿੱਚ ਵੀ ਕੋਈ ਅਜਿਹੇ ਹੋਣ ਜਿਨ੍ਹਾਂ ਕਰਕੇ ਮਾਹੌਲ ਬਣਿਆ। ਦੇਖੋ ਹਰਪ੍ਰੀਤ ਜੀ, ਪਹਿਲਾ ਸਵਾਲ ਤਾਂ ਇਹ ਹੈ ਕਿ ਬੀਜੇਪੀ ਦੇ ਬੁਲਾਰਾ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਖੇਤੀ ਕਾਨੂੰਨਾਂ ਤੋਂ ਸਾਰਾ ਅੰਦੋਲਨ ਖੜਾ ਹੋਇਆ। ਕਿਸਾਨਾਂ ਦਾ ਕਿਹਾ ਨਹੀਂ ਸੀ ਵੀ ਖੇਤੀ ਕਾਨੂੰਨ ਬਣਾਓ, ਅਸੀਂ ਤਾਂ ਕਦੇ ਮੰਗ ਹੀ ਨਹੀਂ ਕੀਤੀ, ਇਹਨਾਂ ਨੇ ਬਣਾਏ। ਅਸੀਂ ਤਾਂ 11 ਗੇੜ ਦੀ ਗੱਲਬਾਤ ਦੇ ਵਿੱਚ ਇਹਨਾਂ ਦੀ ਸਰਕਾਰ ਨੂੰ ਝੂਠਾ ਕਰ ਦਿੱਤਾ ਕਿ ਇਹ ਕਾਨੂੰਨ ਗਲਤ ਨੇ, ਤੁਸੀਂ ਇਹਨਾਂ ਕਾਨੂੰਨਾਂ ਨੂੰ ਬਣਾ ਹੀ ਨਹੀਂ ਸਕਦੇ, ਇਹ ਤਾਂ ਗੈਰ ਸੰਵਿਧਾਨਕ ਨੇ, ਇਹ ਤਾਂ ਸਾਡੇ ਦੇ ਉੱਪਰ ਤੁਸੀਂ ਠੋਸੇ ਹੋਏ ਆ। ਜਦੋਂ ਇਹ ਮੰਨ ਨਹੀਂ ਗਏ ਵੀ 11-12 ਨੁਕਤੇ ਮਾੜੇ ਨੇ, ਅਸੀਂ ਕਿਹਾ ਵੀ ਸਾਰਾ ਰੱਦ ਕਰ ਦਿਓ। ਕਹਿੰਦੇ ਜੇ ਖੇਤੀ ਕਾਨੂੰਨ ਰੱਦ ਕਰਾਂਗੇ ਤਾਂ ਜਿਹੜੇ ਕਿਰਤ ਕਾਨੂੰਨ ਉਹ ਵੀ ਰੱਦ ਕਰਨੇ ਪੈਣੇ ਨੇ, ਐਜੂਕੇਸ਼ਨ ਪਾਲਿਸੀ ਵੀ ਰੱਦ ਕਰਨੀ ਪੈਣੀ ਹੈ। ਅਸੀਂ ਕਿਹਾ ਇੱਕ ਵਾਰੀ ਉਹ ਪਾਪ ਧੋ ਲਓ। ਫਿਰ ਅੱਜ ਅੜੀ ਕਾਸਦੀ ਹੈ, ਹਟੀ ਕਾਸਦੀ ਹੈ। ਜਿਹੜੇ ਕਾਨੂੰਨ ਜਨਤਾ ਚਾਹੁੰਦੀ ਨਹੀਂ, ਇਹਨਾਂ ਦੇ ਮੜਨਾ ਚਾਹੁੰਦੇ ਨੇ, ਉਹਨਾਂ ਦੇ ਵਿੱਚ ਮੰਨ ਵੀ ਗਏ ਵੀ ਕਾਨੂੰਨ ਵੀ ਗਲਤ ਨੇ। ਦੂਜੀ ਗੱਲ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਸੰਵਿਧਾਨ ਦੀ ਇਹਨਾਂ ਨੇ ਸਹੁੰ ਖਾਧੀ ਹੈ, ਕੇਂਦਰ ਸਰਕਾਰ ਹੈ, ਹਰਿਆਣਾ ਦਾ ਮੁੱਖ ਮੰਤਰੀ ਹੈ, ਕਨਸਟੀਟਿਊਸ਼ਨ ਦੇ ਅੰਦਰ ਸਰਕਾਰ ਚੱਲਦੀ ਹੈ, ਉਹਦੀ ਸਹੁੰ ਖਾ ਕੇ ਮੰਤਰੀ ਬਣਦੇ ਨੇ। ਤਾਂ ਅੱਜ ਇੱਕ ਮੁੱਖ ਮੰਤਰੀ ਨੂੰ ਐਸੇ ਜਿਹੜੇ ਗੈਰ ਜਮਹੂਰੀ, ਗੈਰ ਸੰਵਿਧਾਨਕ ਸਟੇਟਮੈਂਟਸ ਦੇਣੀਆਂ, ਇਹੋ ਜਿਹੀ ਗੱਲਾਂ ਕਹਿਣੀਆਂ, ਤਾਂ ਸੰਵਿਧਾਨ ਕਿੱਥੇ ਹੈ? ਸੰਵਿਧਾਨ ਇਹ ਕਹਿੰਦੇ ਅਸੀਂ ਬਣਾਇਆ ਸੀ, ਸਭ ਤੋਂ ਵੱਡੀ ਜਮਹੂਰੀਅਤ ਹੈ, ਸੰਵਿਧਾਨ ਦੇ ਅਸੀਂ ਰਾਖੇ ਆ। ਅੱਜ ਖਤਰਾ ਸੰਵਿਧਾਨ ਨੂੰ ਕਿਸ ਤੋਂ ਹੈ? ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਭ ਤੋਂ ਵੱਡਾ ਖਤਰਾ ਸੰਵਿਧਾਨ ਨੂੰ ਹੈ, ਸਭ ਤੋਂ ਵੱਡਾ ਖਤਰਾ ਜਮਹੂਰੀਅਤ ਨੂੰ ਭਾਰਤੀ ਜਨਤਾ ਪਾਰਟੀ ਤੋਂ ਹੈ। ਅੱਜ ਇਹ ਦੇਸ਼ ਲੀਰੋ ਲੀਰ ਕਰ ਰਹੇ ਆ, ਕਿਸੇ ਜਗ੍ਹਾ ਨਾਲ ਛੱਡਿਆ ਨਹੀਂ। ਰਿਪਰੈਸ਼ਨ ਦੀ, ਜ਼ਬਰ ਦੀ ਲਾਈਨ ਇਹ ਕਿਹਨਾਂ ਅਖਤਿਆਰ ਕੀਤੀ ਹੈ? ਅਸੀਂ ਤਾਂ ਹਿੰਸਕ ਹੈ ਨਹੀਂ। ਇਹ ਹਿੰਸਾ ਕੌਣ ਕਰਵਾ ਰਿਹਾ ਹੈ? ਇਹ ਕਹਿੰਦੇ ਕਿਸਾਨਾਂ ਦੇ ਅੰਦਰ ਨੇ। ਕੌਣ ਲੈ ਕੇ ਆਉਂਦਾ? ਮੈਂ ਇੱਕ ਮਿਸਾਲ ਦੇਣੀ ਚਾਹੁੰਦਾ ਇਹਨਾਂ ਨੂੰ। ਜੀ ਸਾਡੇ ਸਿੰਘੂ ਬਾਰਡਰ ਸਟੇ ਤੋਂ ਅੱਗੇ 26 ਜਨਵਰੀ ਤੋਂ ਬਾਅਦ ਜਿਹੜਾ ਪਲਾਨ ਢੰਗ ਨਾਲ ਇਹਨਾਂ ਨੇ ਉਹ ਸਮਾਜ ਵਿਰੋਧੀ ਅੰਸਰ ਵਿੱਚ ਵੜ ਕੇ ਉਸ ਅੰਦੋਲਨ ਨੂੰ ਖਰਾਬ ਕੀਤਾ। ਉਸ ਤੋਂ 2 ਦਿਨਾਂ ਬਾਅਦ 29 ਤਰੀਕ ਨੂੰ, 28 ਤਰੀਕ ਨੂੰ, ਕੀ ਉਹ ਆਰਐਸਐਸ ਦੇ ਗੁੰਡੇ ਨਹੀਂ ਸਨ ਜਿਹੜੇ ਸ਼ਰੇਆਮ ਸਾਰੇ ਮੀਡੀਆ ਨੇ ਦੇਖਿਆ, ਜਗ ਜ਼ਾਹਰ ਹੋਇਆ, ਉਹ ਨਾਰੇ ਲਾ ਕੇ ਆਏ, ਸਟੇ ਤੋੜਨਾ ਚਾਹੁੰਦੇ ਸੀ, ਹਮਲਾ ਕਰਨਾ ਚਾਹੁੰਦੇ ਸੀ। 1 ਦਿਨ ਨਹੀਂ ਆਏ, 4 ਦਿਨ ਆਏ ਉਹ। ਤੋਂ ਉੱਥੇ ਨੇੜੇ ਤੇੜੇ ਸਿੰਘੂ ਬਾਰਡਰ ਦੇ ਉੱਪਰ ਰੋਜ਼ਾਨਾ ਆਰਐਸਐਸ ਦੇ ਬੰਦੇ ਆਉਂਦੇ ਨੇ, ਕਦੇ ਸੁਪਰੀਮ ਕੋਰਟ ਜਾਣਗੇ, ਕਦੇ ਕੋਈ ਬਹਾਨਾ ਲਾਣਗੇ। ਇੱਥੇ ਪਰੇਸ਼ਾਨੀਆਂ ਜੀ ਲੋਕਾਂ ਨੂੰ, ਕੋਈ ਲੋਕਾਂ ਨੂੰ ਪਰੇਸ਼ਾਨੀ ਨਹੀਂ। ਠੀਕ ਹੈ, ਇਹ ਅੱਜ ਸੁਪਰੀਮ ਕੋਰਟ ਦਾ ਬਹਾਨਾ ਕਿਉਂ ਲੈਂਦੇ ਨੇ? ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਹ ਕਾਨੂੰਨ ਸੁਪਰੀਮ ਕੋਰਟ ਨੇ ਬਣਾਏ ਸੀ? ਇਹਦਾ ਮੋਦੀ ਸਾਹਿਬ ਨੇ ਬਣਾਏ, ਉਹਦੀ ਸਰਕਾਰ ਨੇ ਬਣਾਏ ਨੇ, ਪਾਰਲੀਮੈਂਟ ਨੇ ਬਣਾਏ ਸੀ, ਧੱਕੇ ਨਾਲ ਪਾਸ ਕੀਤੇ। ਸੁਪਰੀਮ ਕੋਰਟ ਨੇ ਰਾਜ ਸਭਾ ਚ ਵੋਟ ਦੀ ਮੰਗ ਕਰਦੇ ਸੀ, ਨੋਟਿਸ ਜਾਰੀ ਕੀਤਾ। ਇੱਕ PIL ਪਾਈ ਗਈ ਸੀ, ਉਸ ਦੇ ਖਿਲਾਫ ਉਹਨੂੰ ਨੋਟਿਸ ਜਾਰੀ ਕੀਤਾ ਕਿ ਕਿਉਂ ਤੁਸੀਂ ਰਸਤਾ ਰੋਕਿਆ ਹੋਇਆ, ਇਹ ਰਾਹ ਖੋਲਿਆ ਜਾਵੇ। ਸਵੈਤ ਸਾਹਿਬ ਕੋਲ ਚਲਦੇ। ਸਵੈਤ ਸਾਹਿਬ, ਲਗਾਤਾਰ ਤੁਹਾਡੀ ਸਰਕਾਰ ਤੇ ਬੀਜੇਪੀ ਦੇ ਆਗੂ ਹੋਣ ਜਾਂ ਖੱਟਰ ਸਾਹਿਬ ਹੋਣ, ਉਹ ਵੀ ਸਵਾਲ ਚੁੱਕਦੇ ਨੇ ਕਿ ਕਾਂਗਰਸ ਨੂੰ ਇਹ ਸਾਰਾ ਮੁੱਦਾ ਸੂਟ ਕਰਦਾ ਹੈ, ਇਸ ਕਰਕੇ ਵਾਰ-ਵਾਰ ਸਿਆਸਤ ਕਰਦੇ ਨੇ, ਹਰਿਆਣਾ ਦਾ ਮਾਹੌਲ ਖਰਾਬ ਕਰਦੇ ਨੇ, ਯੂਪੀ ਦਾ ਮਾਹੌਲ ਖਰਾਬ ਕਰਦੇ ਨੇ। ਤੁਹਾਡੇ ਡਿਪਟੀ CM ਨਹੀਂ ਜਾਣ ਦਿੱਤੇ, ਇਸੇ ਕਰਕੇ ਨਹੀਂ ਜਾਣ ਦਿੱਤੇ। ਉਹ ਕਹਿੰਦੇ ਨੇ ਕਿ ਅਸੀਂ ਹਰਿਆਣਾ ਨਹੀਂ ਬਣਨ ਦੇਣਾ, ਹਰਿਆਣਾ 'ਚ ਜਿਵੇਂ ਪੰਜਾਬ ਸਿਆਸਤ ਕਰ ਰਿਹਾ, ਪੰਜਾਬ ਕਾਂਗਰਸ ਸਿਆਸਤ ਕਰ ਰਹੀ ਹੈ, ਉਵੇਂ ਅਸੀਂ ਯੂਪੀ 'ਚ ਨਹੀਂ ਹੋਣ ਦੇਣੀ। ਇਹਨਾਂ ਦਾ ਇਹ ਫੰਡਾ ਨਾ ਜੀ ਫੇਲ ਹੋ ਚੁੱਕਾ ਇਹ। ਸ਼ੁਰੂ ਤੋਂ ਕਹਿੰਦੇ ਆ ਰਹੇ ਨੇ ਕਿ ਕਾਂਗਰਸ ਭੜਕਾ ਰਹੀ ਹੈ ਕਿਸਾਨਾਂ ਨੂੰ, ਉਹਨਾਂ ਨੇ ਹੀ ਅੰਦੋਲਨ ਸ਼ੁਰੂ ਕਰਾਇਆ, ਕਾਂਗਰਸ ਪਾਰਟੀ ਨੇ ਹੀ।
ਤੇ ਲੇਕਿਨ ਜਿਹੜਾ ਉੱਥੇ ਜਿਹੜਾ ਅੰਦੋਲਨ ਹੋ ਰਿਹਾ ਹੈ ਉਹ ਇਕੱਲੇ ਪੰਜਾਬ ਤੋਂ ਨਹੀਂ ਹੋ ਰਿਹਾ ਹੈ। ਉੱਥੇ ਹਰਿਆਣੇ ਦੇ ਕਿਸਾਨ ਨੇ, ਉੱਥੇ ਰਾਜਸਥਾਨ ਦੇ ਕਿਸਾਨ ਨੇ, ਯੂਪੀ ਦੇ ਕਿਸਾਨ ਨੇ, ਮੱਧ ਪ੍ਰਦੇਸ਼ ਕਿਸਾਨ ਨੇ, ਇੱਥੋਂ ਤੱਕ ਕਿ ਪੂਰੇ ਸਾਊਥ ਦੇ ਜਿਹੜੇ ਸਟੇਟਸ ਨੇ ਉਹਨਾਂ ਦੇ ਵੀ ਉੱਥੇ ਕਿਸਾਨ ਬੈਠੇ ਨੇ। ਭੰਗੂ ਸਾਹਿਬ ਬੈਠੇ ਆ ਇੱਥੇ ਤੇ ਆਪਾਂ ਵੀ ਸਾਰੇ ਉੱਥੇ ਦੇਖ ਕੇ ਆਏ ਆ ਕਿ ਉੱਥੇ ਤਾਂ ਪੂਰੇ ਹਿੰਦੁਸਤਾਨ ਦੇ ਜਿਹੜੇ ਕਿਸਾਨ ਨੇ ਉਹ ਬੈਠੇ ਨੇ। ਤੇ ਸਾਡੀ ਸਰਕਾਰ ਤਾਂ ਇਕੱਲੇ ਪੰਜਾਬ ਵਿੱਚ ਹੈਗੀ ਹੈ ਜਾਂ ਰਾਜਸਥਾਨ ਦੇ ਵਿੱਚ ਹੈਗੀ ਹੈ ਤੇ ਹਰਿਆਣੇ ਦੇ ਵਿੱਚ ਤਾਂ ਖੱਟੜ ਸਰਕਾਰ ਹੈਗੀ ਹੈ। ਉਹਨਾਂ ਨੇ ਤਾਂ ਪੂਰਾ ਜ਼ੋਰ ਲਾ ਕੇ ਦੇਖ ਲਿਆ, ਧੱਕਾ ਵੀ ਕਰ ਲਿਆ, ਗੋਲੀਆਂ ਵੀ ਚਲਾ ਲੀਆਂ, ਪਾਣੀ ਦੀਆਂ ਤੋਪਾਂ ਵੀ ਚਲਾ ਲੀਆਂ ਤੇ ਕੁੱਟਮਾਰ ਵੀ ਕਰ ਲਈ, ਪੂਰੀ ਸਿਰ ਵੀ ਫੋੜ ਕੇ ਦੇਖ ਲਏ। ਆ ਯੂਪੀ ਦੇ ਵਿੱਚ ਆ ਕਰਕੇ ਦੇਖ ਲਿਆ। ਮਤਲਬ ਹੁਣ ਵੀ ਇਹ ਕਹੀ ਜਾਣਾ ਵੀ ਜਿਹੜੀ ਇਹ ਕਾਂਗਰਸ ਭੜਕਾ ਰਹੀ ਹੈਗੀ ਹੈ ਕਿਸਾਨਾਂ ਨੂੰ, ਇਹ ਕਰਵਾ ਰਹੀ ਹੈ। ਠੀਕ ਹੈ, ਅਸੀਂ ਮੰਨਦੇ ਹੈਗੇ ਆ, ਅਸੀਂ ਬਤੌਰ ਐਜ਼ ਅ ਇੰਡੀਵਿਜੂਅਲ ਜਾਤੀ ਤੌਰ ਤੇ ਵੀ ਸੰਘਰਸ਼ ਦੇ ਨਾਲ ਹੈਗੇ ਆ, ਸਾਡੀ ਪਾਰਟੀ ਵੀ ਸੰਘਰਸ਼ ਦੇ ਨਾਲ ਹੈਗੀ ਹੈ, ਸਾਡੀ ਸਰਕਾਰ ਵੀ ਸੰਘਰਸ਼ ਦੇ ਨਾਲ ਹੈਗੀ। ਬਿਲਕੁਲ, ਕਿਉਂਕਿ ਸਾਡੀ ਖੁਦ ਦੀ ਲੜਾਈ ਹੈਗੀ ਹੈ, ਸਾਡੀ ਆਪਣੀ ਲੜਾਈ ਹੈਗੀ ਹੈ। ਬੇਸ਼ੱਕ ਅਕਾਲੀ ਦਲ ਪਹਿਲਾਂ ਨਾਲ ਸੀ, ਬੀਜੇਪੀ ਦੇ ਨਾਲ ਸੀ, ਕਾਨੂੰਨ ਬਣਾਉਣ ਦੇ ਵਿੱਚ ਨਾਲ ਸੀ, ਆਰਡੀਨੈਂਸ ਕਰਨ ਦੇ ਨਾਲ ਸੀ। ਬਾਅਦ ਦੇ ਵਿੱਚ ਜਦੋਂ ਪ੍ਰੈਸ਼ਰ ਪਿਆ ਉਦੋਂ ਬੈਕਆਊਟ ਕਰਕੇ ਯੂ ਟਰਨ ਲੈ ਕੇ ਮੀਟਿੰਗਾਂ ਤੁਹਾਡੀ ਪਾਰਟੀ ਅਟੈਂਡ ਕਰਦੀ ਰਹੀ ਹੈ, ਤੁਹਾਡੇ ਮੁੱਖ ਮੰਤਰੀ, ਤੁਹਾਡੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ, ਤੁਸੀਂ ਮੀਟਿੰਗਾਂ ਅਟੈਂਡ ਕਰਨ ਵਾਲੇ ਬੰਦੇ ਔਰ ਤੁਸੀਂ ਇਹ ਗੱਲਾਂ ਕੋ ਚੈਨਲ ਤੇ ਆ ਕੇ ਤੁਹਾਨੂੰ ਵੈਸੇ ਨਹੀਂ ਸੁਣਨਾ। ਬੋਲੋ, ਕੱਟਿਆ ਨਾ ਕਰੋ, ਗੱਲ ਸੁਣਿਆ ਕਰੋ, ਮਾਦਾ ਰੱਖਿਆ ਕਰੋ। ਤੁਹਾਡੀ ਸਰਕਾਰ ਨੇ ਤੁਸੀਂ ਜੋ ਮਰਜ਼ੀ ਕਿਹਾ, ਮੈਂ ਤੁਹਾਨੂੰ ਨਹੀਂ ਕੱਟਿਆ ਹੈ। ਉਹਦੇ ਬਾਰੇ ਜਵਾਬ ਦਿਓ। ਥੋੜੇ ਤੁਹਾਡੀ ਸਬਰ ਰੱਖੋ, ਸਬਰ ਨੇ ਰਾਜਸਥਾਨ ਦੇ ਕਿਸਾਨਾਂ ਤੇ ਡਾਂਗਾ ਸਬਰ ਰੱਖਿਆ ਕਰੋ। ਬੜਾ ਗੰਭੀਰ ਸਵੈਨ ਮਸਲਾ ਸਾਹਿਬ ਹੈਗਾ ਜਵਾਬ ਦਿਓ। ਇਹ, ਬੜਾ ਗੰਭੀਰ ਮਸਲਾ ਸਵੈਨ ਹੈਗਾ, ਸਾਹਿਬ ਜਵਾਬ ਦਿਓ। ਸਬਰ ਰੱਖੋ, ਲੜਿਆ ਨਾ ਕਰੋ। ਸੁਣ ਲਓ ਪਹਿਲਾਂ, ਕਹਿੰਦਾ ਵੀ ਕਾਂਗਰਸ ਚੁੱਪ ਦੀ ਕਰਾਓ ਜੀ, ਸਰਕਾਰ ਨੇ ਚੁੱਪ ਕਰਾਓ ਅਕਾਲੀ ਦਲ ਨੂੰ। ਇਹਨਾਂ ਚ ਸੌਦਾ ਕਰਕੇ ਇਹਨਾਂ ਪੰਜਾਬ ਠੇਕਾ ਨਹੀਂ ਲਿਆ ਬੋਲਣ ਦਾ, ਉਹ ਵੀ ਜਵਾਬ ਦਿਓ। ਚੁੱਪ ਕਰਾਓ ਇਹਨਾਂ ਨੂੰ। ਦੂਜਿਆਂ ਤੇ ਬਹੁਤ ਕੱਲ ਬਹੁਤ ਚੁੱਪ ਬੋਲਦੇ ਕਰਾਓ ਆ, ਇਹਨਾਂ ਨੂੰ। ਆਪਣੇ ਜਵਾਬ ਦਿਆ ਕਰੋ। ਹਾਂਜੀ 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 ਬੋਲੋ। ਚੁੱਪ ਕਰਾਓ ਇਹਨਾਂ ਨੂੰ। ਸੈਦ ਸਾਹਿਬ ਇਹ ਕਹਿ ਰਹੇ ਨੇ ਕਿ ਰਾਜਸਥਾਨ ਦੇ ਵਿੱਚ ਅੱਜ ਲਾਠੀ ਚਾਰਜ ਮਤਲਬ ਹੋਇਆ, ਵੱਡਾ ਲਾਠੀ ਚਾਰਜ ਹੋਇਆ, ਉਹਦਾ ਜਵਾਬ ਅਸੀਂ ਕੰਡੈਮ ਕਰਦੇ ਆ। ਮੈਂ ਨਿੰਦਦਾ ਹਾਂ ਜਿੱਥੇ ਵੀ ਕਿਸਾਨਾਂ ਤੇ ਕੋਈ ਲਾਠੀ ਚਾਰਜ ਹੁੰਦਾ, ਮੈਂ ਨਿੰਦਦਾ ਉਹਨਾਂ ਨੂੰ। ਇਹ ਤਾਂ ਨਿੰਦਿਆ ਤਾਂ ਬੀਜੇਪੀ ਵਾਲੇ ਵੀ ਕਰੀ ਜਾਂਦੇ ਜਿੱਥੇ ਜਿੱਥੇ ਹੁੰਦਾ। ਖੁਦ ਕਿਸਾਨਾਂ ਦੇ ਨਾਲ ਹੈਗੇ ਆ। ਇੱਕ ਗੱਲ, ਦੂਜੀ ਗੱਲ ਤੁਸੀਂ ਦੇਖੋ ਜੀ, ਜੋ ਇਹ ਹੋਇਆ ਹੁਣ ਹੋ ਰਿਹਾ, ਵਰਤਾਰਾ ਹੋ ਰਿਹਾ, ਭੰਗੂ ਸਾਹਿਬ ਬੈਠੇ ਨੇ ਇੱਥੇ, ਕਿਸਾਨਾਂ ਦੇ ਇਹ ਹੋਰ ਜ਼ਿਆਦਾ ਤਸ਼ੱਦਦ ਕਰਨ ਦਾ ਤੁਹਾਨੂੰ ਡਰ ਹੈਗਾ। ਸੁਪਰੀਮ ਕੋਰਟ ਦੇ ਵਿੱਚ ਨੋਟਿਸ ਆ ਰਹੇ ਨੇ, ਸੁਪਰੀਮ ਕੋਰਟ 'ਚ ਕੋਈ ਕਿਸਾਨ ਧਿਰ ਨਹੀਂ ਗਈ, ਸੰਯੁਕਤ ਕਿਸਾਨ ਮੋਰਚਾ ਨਹੀਂ ਗਿਆ ਸੁਪਰੀਮ ਕੋਰਟ ਦੇ ਵਿੱਚ, ਖੁਦ ਉਹਨਾਂ ਦਾ ਆਪਦੇ ਬੰਦੇ ਗਏ ਹੋਏ ਨੇ। ਉੱਥੋਂ ਵੀ ਜਿਹੜੀ ਸਰਕਾਰ ਹੈਗੀ ਹੈ ਇਹ ਲੀਗਲੀ ਤੌਰ ਤੇ ਵੀ, ਸੰਵਿਧਾਨਕ ਤੌਰ ਤੇ ਜਿਹੜਾ ਹੈਗਾ ਨਾ, ਸੁਪਰੀਮ ਕੋਰਟ ਦਾ ਵੀ ਫਾਇਦਾ ਲੈ ਕੇ ਕੋਈ ਨਾ ਕੋਈ ਦਬਾਅ ਪਾਉਣ ਦੀ ਕੋਸ਼ਿਸ਼ ਕਰਨਗੇ। ਲੇਕਿਨ ਸਾਨੂੰ ਇਸ ਗੱਲ ਦਾ ਬੜਾ ਮਾਣ ਹੈਗਾ ਕਿ ਸਾਡੇ ਜਿਹੜੀ 32 ਦੇ 32 ਕਿਸਾਨ ਯੂਨੀਅਨ ਦੇ ਲੀਡਰ ਨੇ ਉਹ ਬਹੁਤ ਸਿਆਣੇ ਨੇ। ਚਲੋ, ਉਹ ਬਹੁਤ ਸਿਆਣੇ ਨੇ ਤੇ ਜੋ ਸੰਘਰਸ਼ ਚਲਾ ਰਹੇ ਨੇ 1 ਸਾਲ ਤੋਂ ਇੰਨੇ ਵਧੀਆ ਢੰਗ ਨਾਲ ਚਲਾ ਰਹੇ ਨੇ। ਉਹਨਾਂ ਦੇ ਇਤਿਹਾਸ ਰਚਿਤ ਦਾ ਇਤਿਹਾਸ। ਠੀਕ ਹੈ, ਪਰ ਸਵਾਲ ਇਹ ਹੈ ਕਿ ਮਾਹੌਲ ਜਿਹੜਾ ਲਗਾਤਾਰ ਖਰਾਬ ਹੋ ਰਿਹਾ ਹੈ, ਉਹ ਇੱਕ ਡਰ ਵਾਲੀ, ਉਹ ਚਿੰਤਾ ਵਾਲੀ, ਉਹ ਭੈ ਵਾਲੀ ਸਥਿਤੀ ਜ਼ਰੂਰ ਹੈ। ਸੈਦ ਸਾਹਿਬ ਜ਼ਰੂਰ ਇਹ ਪਤਾ ਕਰਾਇਓ ਕਿ ਰਾਜਸਥਾਨ ਦੇ ਵਿੱਚ ਬੜਾ ਜ਼ਬਰਦਸਤ ਲਾਠੀ ਚਾਰਜ ਹੋਇਆ ਹੈ। ਸਾਡੇ ਤੱਕ ਜੋ ਖਬਰ ਪਹੁੰਚੀ ਹੈ, ਹਸਪਤਾਲ ਦਾਖਲ ਹੋ ਗਏ ਨੇ, ਬੜੇ ਸਾਰੇ ਕਿਸਾਨ ਹਸਪਤਾਲ ਦਾਖਲ ਹੋਏ ਨੇ। ਇੰਨਾ ਬਰੂਟਲੀ ਤਰੀਕੇ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਗਈ। ਮੈਂ ਤੁਹਾਡੇ ਇੱਥੇ ਚੈਨਲ ਤੇ ਕਹਿ ਰਿਹਾ ਸ਼ਰੇਆਮ, ਜਿੱਥੇ ਕਿਤੇ ਵੀ ਕਿਸਾਨ ਤੇ ਕੋਈ ਲਾਠੀ ਪੈਂਦੀ ਹੈਗੀ ਹੈ, ਤਸ਼ੱਦਦ ਹੁੰਦਾ ਹੈ, ਉਸ ਵਿੱਚ ਬੜੇ ਪੁਰਜੋਰ ਸ਼ਬਦਾਂ 'ਚ ਨਿੰਦਿਆ ਕਰਦਾ ਉਹਦੀ ਮੈਂ। ਸਾਡੀ ਜਿਹੜੀ ਕਾਂਗਰਸ ਪਾਰਟੀ ਸਰਕਾਰ ਪੰਜਾਬ ਦੇ ਵਿੱਚ, ਸਾਡੀ ਪੰਜਾਬ ਸਰਕਾਰ ਜਿਹੜੀ ਹੈਗੀ ਹੈ, ਅਸੀਂ ਤਾਂ ਹਮੇਸ਼ਾ ਨਾਲ ਰਹੇ, ਨਾਲ ਰਵਾਂਗੇ, ਕਿਉਂਕਿ ਸਾਡੀਆਂ ਫਸਲਾਂ। ਚਲੋ, ਮੇਰੇ ਕੋਲ ਸਮਾਂ ਘੱਟ ਹੈ 30 ਸੈਕਿੰਡ ਸੋਈ ਸਾਹਿਬ ਨੂੰ ਜ਼ਰੂਰ ਦੇਵਾਂਗੇ। ਹਾਂਜੀ ਸੋਈ ਸਾਹਿਬ, ਹੁਣ ਇਸ ਮਸਲੇ ਦਾ ਕੋਈ ਹੱਲ ਹੋਏਗਾ? ਜਿਵੇਂ ਕੰਡੈਮ ਕਰ ਰਹੇ ਨੇ ਸੈਦ ਸਾਹਿਬ ਕਿ ਰਾਜਸਥਾਨ ਦੇ ਵਿੱਚ ਲਾਠੀ ਚਾਰਜ ਹੋਇਆ ਸੀ, ਕੰਡੈਮ ਕਰਦੇ ਆ। ਝੋਨਾ ਸਾਡਾ ਵਿਕਦਾ ਹੈਗਾ, ਇਹਨਾਂ ਦੀ ਸਰਕਾਰ, ਕਾਂਗਰਸ ਦੀ ਸਰਕਾਰ ਨੇ ਕੀਤਾ ਤੇ ਕੰਡੈਮ ਕਰ ਰਹੇ ਨੇ। ਹਰਪ੍ਰੀਤ ਜੀ ਆ ਤੁਸੀਂ ਆਪਣੇ ਆਪ ਹੀ ਉਹਨਾਂ ਨੇ ਬੋਲਤਾ ਹੈਗਾ ਕਿ ਜਦੋਂ ਇਹਨਾਂ ਦੀਆਂ ਸਰਕਾਰਾਂ, ਇਹਨਾਂ ਦੇ, ਮੈਂ ਤੁਹਾਨੂੰ ਦੱਸ ਦਿੰਦਾ ਕਿ ਰਾਜਸਥਾਨ 'ਚ ਦੋ ਹੋਇਆ, ਜੋ ਮੇਰੇ ਕੋਲ ਖਬਰ ਹੈਗੀ ਹੈ ਕਿ 2 ਬੰਦੇ ਦੀ ਡੈਥ ਹੋ ਗਈ ਹੈ ਉੱਥੇ ਲਾਠੀ ਚਾਰਜ ਦੇ ਨਾਲ। ਇਹਨਾਂ ਨੇ ਕਿਸਾਨ ਵਿਰੋਧੀ ਸ਼ੁਰੂ ਤੋਂ ਹੀ ਕਾਂਗਰਸ ਰਹੀ ਹੈਗੀ ਹੈ, ਹੁਣ ਵੀ ਕਿਸਾਨਾਂ ਨੂੰ ਭੜਕਾ ਕੇ ਐਂਟੀ ਸੋਸ਼ਲ ਐਲੀਮੈਂਟ ਉਹਦੇ ਵਿੱਚ ਵਾੜ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹ ਰਹੇ ਨੇ। ਚਾਹੇ ਚੰਨੀ ਨੂੰ ਲੈਣ, ਚਾਹੇ ਫੰਨੀ ਨੂੰ ਲੈਣ, ਇਹਨਾਂ ਨੇ ਦੁਬਾਰਾ ਸਰਕਾਰ ਇਹਨਾਂ ਦੀ ਪੰਜਾਬ 'ਚ ਆਣੀ ਨਹੀਂ ਹੈ, ਜਿੰਨਾ ਮਰਜ਼ੀ ਜ਼ੋਰ ਲਾ ਲੈਣ। ਕਿਸਾਨਾਂ ਦੀ ਦੋਖੀ ਪਾਰਟੀ ਹੈ। ਮੈਂ ਤੁਹਾਨੂੰ ਫਿਰ ਕਹਿਣਾ ਚਾਹੁੰਦਾ, ਜਿਹੜੀ ਜੁਡੀਸ਼ੀਅਲ ਪ੍ਰੋਬ ਹੋਏਗੀ ਉਹਦੇ 'ਚ ਨਿਕਲ ਕੇ ਆਊਗਾ ਕਿ ਐਂਟੀ ਸੋਸ਼ਲ ਐਲੀਮੈਂਟ ਸੀਗੇ ਜਿਨ੍ਹਾਂ ਨੇ ਸਾਡੇ ਬੀਜੇਪੀ ਦੇ ਵਰਕਰਾਂ ਨੂੰ ਮਾਰਿਆ। ਉਹ ਇੱਕ ਇਨਸੀਡੈਂਟ ਹੋਇਆ ਜਿਹਦੇ ਥੱਲੇ ਜਿਹੜੇ 4 ਬੰਦੇ ਆ ਗਏ, ਉਹਨਾਂ ਦੀ ਡੈਥ ਹੋ ਗਈ, ਉਹ ਕੰਡੈਮ ਕਰਦੇ ਆ, ਉਹਦੇ ਨਾਲ ਸਿੰਪਥੀਜ਼ ਨੇ ਤੇ ਟਕੇਤ ਹੋਣਾ ਨੇ ਤੇ ਪੰਜਾਬ ਜਿਹੜੀ ਯੂਪੀ ਦੀ ਸਰਕਾਰ ਨੇ ਬੈਠ ਕੇ ਉਹ ਮਸਲਾ ਨਿਪਟਾ ਲਿਆ ਹੈਗਾ। ਜਿਹੜੇ ਵੀ ਦੋਸ਼ੀ ਨੇ, ਜੇ ਕੋਈ ਦੋਸ਼ੀ ਪਾਇਆ ਗਿਆ, ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈਗੀ ਹੈ। ਬੀਜੇਪੀ ਪਾਰਟੀ ਕਮਿਟਡ ਹੈਗੀ ਹੈ ਕਿਸਾਨਾਂ ਦੇ ਵੈਲਫੇਅਰ ਵਾਸਤੇ। ਸਾਨੂੰ ਜਿੱਥੇ ਵੀ ਕਿਸਾਨਾਂ ਨਾਲ ਖੜਨਾ ਹੋਣਾ ਪਏਗਾ,
ਸਾਡਾ ਇੱਕ ਇੱਕ ਖੂਨ ਦਾ ਕਤਰਾ ਚਲੋ ਕਿਸਾਨਾਂ ਦੇ ਨਾਲ ਮੇਰੇ ਕੋਲ ਸਮਾਂ ਘੱਟ ਹੈ ਸੋਈ ਹਮੇਸ਼ਾ ਰਹੇਗਾ ਸਾਹਿਬ, ਹਲੇ ਤਾਂ ਉਹ ਤੇ ਤੁਹਾਡੇ ਹਮੇਸ਼ਾ ਖਿਲਾਫ ਅਸੀਂ ਇਹਦੇ ਖੜੇ ਨੇ, ਵਾਸਤੇ ਤੁਸੀਂ ਉਹਨਾਂ ਦੇ ਨਾਲ ਖੜੇ ਹੋਣ ਦੀ ਗੱਲ ਕਰਦੇ ਹੋ, ਹਲੇ ਤਾਂ ਉਹ ਤੁਹਾਡੇ ਕੋਈ ਗੱਲ ਖਿਲਾਫ ਨਹੀਂ। ਖੜੇ ਨੇ। ਸਵਾਲ ਤਾਂ ਇਹ ਹੈ ਕਿ ਮਸਲਾ ਹੱਲ ਹੋਣਾ ਚਾਹੀਦਾ। ਬਹੁਤ ਬਹੁਤ ਕਿਸਾਨ ਸਾਡੇ ਨਾਲ ਹੀ ਧੰਨਵਾਦ, ਨੇ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦੇ ਇਸ ਪੂਰੀ ਵਿਚਾਰ ਤਕਰਾਰ ਦੇ ਵਿੱਚ ਜੁੜੇ ਰਹਿਣ ਦੇ ਲਈ। ਸੋ ਮਾਹੌਲ ਹੈ ਜਿਹੜਾ ਉਹ ਲਗਾਤਾਰ ਤਲਖ ਬਣਦਾ ਜਾ ਰਿਹਾ ਪੂਰੇ ਹਿੰਦੁਸਤਾਨ ਦੇ ਵਿੱਚ, ਪੂਰੇ ਭਾਰਤ ਦੇ ਵਿੱਚ। ਅੱਜ ਰਾਜਸਥਾਨ ਤੋਂ ਵੀ ਕੋਈ ਚੰਗੀ ਖਬਰ ਨਹੀਂ ਆਈ ਹੈ, ਜ਼ਬਰਦਸਤ ਤਰੀਕੇ ਨਾਲ ਲਾਠੀਚਾਰਜ ਕੀਤਾ ਗਿਆ, ਵੱਡੀ ਗਿਣਤੀ ਦੇ ਵਿੱਚ ਕਿਸਾਨ ਭਾਈਚਾਰਾ ਜ਼ਖਮੀ ਹੋਇਆ। ਹੁਣ ਸਵਾਲ ਤਾਂ ਇਹ ਵੀ ਖੜਾ ਹੁੰਦਾ ਹੈ ਕਿ ਲਗਾਤਾਰ ਕਾਂਗਰਸ ਪਾਰਟੀ ਜਿਹੜੀ ਬੀਜੇਪੀ ਤੇ ਸਵਾਲ ਚੁੱਕਦੀ ਹੈ, ਹੁਣ ਖੁਦ ਕਟਹਿਰੇ ਦੇ ਵਿੱਚ ਹੈ। ਆਪ ਕੀ ਜਵਾਬ ਦੇਣਗੇ, ਇਸ ਦਾ ਇੰਤਜ਼ਾਰ ਰਹੇਗਾ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ। Presented by KEI Wires and Cables, हर टेंशन सही चलती रहे।